ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੇ ਮਲੂਕਾ ਆਈਐਸ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸਾਡੀ ਅੱਜ ਦੀ ਪੰਜਾਬ ਪੀਸੀਐਸ ਮੇਨਸ ਦੀ ਜਿਹੜੀ ਸਾਡੀ ਇੱਕ ਕਲਾਸਿਸ ਦੀ ਸੀਰੀਜ਼ ਚੱਲ ਰਹੀ ਆ, ਉਹਨਾਂ ਕਲਾਸਿਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੇ ਜਿਵੇਂ ਤੁਹਾਨੂੰ ਪਤਾ ਕਿ ਇਸ ਤੋਂ ਪਹਿਲਾਂ ਸਾਡੀਆਂ ਦੋ ਕਲਾਸਿਸ ਹੋ ਚੁੱਕੀਆਂ ਨੇ, ਤੇ ਹਲੇ ਤੱਕ ਅਸੀਂ ਜੋ ਡਿਸਕਸ ਕੀਤਾ ਉਹ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਟਾਈਮ ਪੀਰੀਅਡ ਆ, ਜਾਂ ਆਪਾਂ ਖਾਲਸਾ ਰਾਜ ਦੀ ਗੱਲ ਕਰ ਲਈ, ਉਹਦੇ ਬਾਰੇ ਪੜ੍ਹ ਰਹੇ ਹਾਂ। ਤੇ ਉਹਦੇ 'ਚ ਆਪਾਂ ਦੇਖਿਆ ਸੀ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਡੀਆਂ ਜਿਹੜੀਆਂ ਮਿਸਲਸ ਸੀਗੀਆਂ, ਦਲ ਖਾਲਸਾ ਜਦੋਂ 11 ਮਿਸਲਾਂ ਦੇ ਅੰਡਰ ਡਿਵਾਈਡ ਕੀਤਾ ਗਿਆ, ਉਦੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਐਂਟਰੀ ਹੁੰਦੀ ਹੈ, ਤਾਂ ਉਹਨਾਂ ਨੇ ਕਿਵੇਂ ਸਾਰੀਆਂ ਮਿਸਲਾਂ ਨੂੰ ਇਕੱਠੇ ਕਰਕੇ ਇੱਕ ਯੂਨਾਈਟਿਡ ਇੱਕ ਸਿੱਖ ਅੰਪਾਇਰ ਬਣਾਇਆ। ਉਹਦੇ ਬਾਅਦ ਆਪਾਂ ਗੱਲ ਕੀਤੀ, ਜਾਂ ਉਸ ਤੋਂ ਪਹਿਲਾਂ ਮਿਸਲਾਂ ਕਿਉਂ ਹੋਂਦ ਦੇ ਵਿੱਚ ਕਿਉਂ ਆਈਆਂ, ਕੀ ਕਾਰਨ ਸੀ, ਕਿਵੇਂ ਵੀ ਸਿੱਖਾਂ ਦੇ ਵਿੱਚ ਡਿਵੀਜ਼ਨਸ ਹੋਈਆਂ, ਉਹਦੇ ਬਾਰੇ ਆਪਾਂ ਪੜ੍ਹਿਆ। ਤੇ ਫਿਰ ਆਪਾਂ ਦੇਖਿਆ ਕਿ ਖਾਲਸਾ ਰਾਜ ਦੇ ਅੰਡਰ ਜਾਂ ਸਿੱਖ, ਜਾਂ ਜੋ ਸਾਡਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਿੱਖ ਅੰਪਾਇਰ ਸੀ, ਉਹਦੇ ਮੇਨ ਐਡਮਿਨਿਸਟ੍ਰੇਟਿਵ ਫੀਚਰਸ ਕੀ ਸੀ, ਜਾਂ ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੰਟਰੋਡਿਊਸ ਕੀਤੇ, ਜਿਨ੍ਹਾਂ ਕਰਕੇ ਜਿਹੜਾ ਸਾਡਾ ਸਿੱਖ ਅੰਪਾਇਰ ਆ ਉਹ ਆਲਮੋਸਟ 50 ਸਾਲਾਂ ਦੇ ਲਈ ਉਹ ਜਿਹੜਾ ਹੋਂਦ ਦੇ ਵਿੱਚ ਰਿਹਾ, ਜਾਂ ਕਹਿ ਲਓ ਬ੍ਰਿਟਿਸ਼ ਗਵਰਨਮੈਂਟ ਨੂੰ ਆਪਣੇ ਤੋਂ ਦੂਰ ਰੱਖਣ ਦੇ ਵਿੱਚ ਉਹ ਕਾਮਯਾਬ ਹੋਏ ਉਹਨਾਂ ਐਡਮਿਨਿਸਟ੍ਰੇਟਿਵ ਰਿਫਾਰਮਸ ਕਰਕੇ। ਠੀਕ ਹੈ, ਉਹ ਦੋ ਕਲਾਸਿਸ ਆਪਾਂ ਇਸ ਤੋਂ ਪਹਿਲਾਂ ਕਰ ਚੁੱਕੇ ਹਾਂ। ਤੇ ਅੱਜ ਸਾਡੀ ਇਹ ਥਰਡ ਲੈਕਚਰ ਆ ਸਾਡਾ, ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਕੰਸਰਨਡ ਆ। ਇਹਦੇ 'ਚ ਸਾਡਾ ਜਿਹੜਾ ਟੌਪਿਕ ਆ ਉਹ ਹੈ ਜੀ ਮਹਾਰਾਜਾ ਰਣਜੀਤ ਸਿੰਘ's ਰਿਲੇਸ਼ਨਸ ਵਿਦ ਬ੍ਰਿਟਿਸ਼। ਉਸ ਟਾਈਮ ਤੇ ਈਸਟ ਇੰਡੀਆ ਕੰਪਨੀ ਦਾ ਭਾਰਤ ਦੇ ਉੱਪਰ ਦਬਦਬਾ ਸੀ, ਮਤਲਬ ਕਿ ਪੰਜਾਬ ਤੇ ਸਿੰਧ ਵਾਲਾ ਜੋ ਇਲਾਕਾ ਉਸ ਨੂੰ ਛੱਡ ਕੇ ਬਾਕੀ ਜਿਹੜਾ ਸਾਡਾ ਰੈਸਟ ਆਫ ਇੰਡੀਆ ਸੀ, ਉਹਦਾ ਆਲਮੋਸਟ ਸਾਰਾ ਜਿੰਨਾ ਵੀ ਪਾਰਟ ਇਹ ਤੋਂ ਬਾਅਦ ਭਾਰਤ ਦਾ ਬਚਦਾ, ਪੰਜਾਬ ਤੋਂ ਨੀਚੇ ਵਾਲਾ ਪਾਰਟ, ਉਹ ਸਾਰਾ ਈਸਟ ਇੰਡੀਆ ਕੰਪਨੀ ਨੇ ਆਪਣੇ ਕੰਟਰੋਲ ਦੇ ਅੰਡਰ ਕਰ ਰੱਖਿਆ ਸੀ। ਤੇ ਬਟ ਉਹਦੇ ਬਾਅਦ ਵੀ ਜਿਵੇਂ ਕਹਿ ਲਓ ਬ੍ਰਿਟਿਸ਼ ਗਵਰਨਮੈਂਟ ਦੀ ਕਹਿ ਲਈਏ, ਜਾਂ ਈਸਟ ਇੰਡੀਆ ਕੰਪਨੀ ਦੀ ਡੋਮੀਨੈਂਸ ਆ ਜਿਹੜੀ ਪੂਰੇ ਇੰਡੀਆ ਨੇ ਮੰਨ ਲਈ ਸੀ, ਐਕਸੈਪਟ ਕਰ ਲਏ ਸੀ ਉਹਨਾਂ ਦੇ ਵੀ ਉਹਨਾਂ ਦੀ ਸੁਪਰੀਓਰਿਟੀ ਨੂੰ। ਬਟ ਸਟਿਲ 50 ਸਾਲਾਂ ਦੇ ਤੱਕ 1801 ਤੋਂ 1800 ਤੋਂ ਲੈ ਕੇ 1844 45 ਜਾਂ 46 ਤੱਕ ਆਪਾਂ ਕਹਿ ਲਈਏ ਵੀ ਪੰਜਾਬ ਦੇ ਵਿੱਚ ਇਫੈਕਟਿਵਲੀ 1839 ਜਿੰਨਾ ਟਾਈਮ ਮਹਾਰਾਜਾ ਰਣਜੀਤ ਸਿੰਘ ਜੀ ਗੱਦੀ ਤੇ ਰਹੇ ਨੇ, ਉਹਨਾਂ ਟਾਈਮ ਬ੍ਰਿਟਿਸ਼ ਗਵਰਨਮੈਂਟ ਦੀ ਐਂਟਰੈਂਸ ਜਾਂ ਇੰਟਰਫੇਰੈਂਸ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਘੱਟ ਸੀ। ਉਹਦੇ ਬਾਅਦ ਜਿਵੇਂ ਉਹਨਾਂ ਦੀ ਡੈਥ ਹੁੰਦੀ ਹੈ, ਤਾਂ ਅਗਲੇ 10 ਸਾਲਾਂ ਦੇ ਵਿੱਚ ਜਿਹੜਾ ਪੰਜਾਬ ਆ ਉਹ ਕੰਪਲੀਟਲੀ ਬ੍ਰਿਟਿਸ਼ ਗਵਰਨਮੈਂਟ ਦੇ ਹੱਥ ਚਲਿਆ ਜਾਂਦਾ। ਠੀਕ ਹੈ, ਜਾਂ ਈਸਟ ਇੰਡੀਆ ਕੰਪਨੀ ਦੇ ਕੰਟਰੋਲ 'ਚ ਚਲਿਆ ਜਾਂਦਾ। ਸੋ ਉਹ ਕਿਹੜੇ ਫੈਕਟਰ ਸੀ, ਜਾਂ ਕਹਿ ਲਈਏ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿੰਨਾ ਗੱਲਾਂ 'ਤੇ ਧਿਆਨ ਰੱਖਿਆ, ਜਾਂ ਕਹਿ ਲਓ ਉਹਨਾਂ ਦੇ ਜਿਹੜੇ ਸੰਬੰਧ ਸੀ ਬ੍ਰਿਟਿਸ਼ ਹਕੂਮਤ ਦੇ ਨਾਲ ਉਹ ਕਿਹੋ ਜਿਹੇ ਸੀ, ਜਿਨ੍ਹਾਂ ਕਰਕੇ ਲਗਭਗ 40-45 ਸਾਲ ਜਿਹੜਾ ਪੰਜਾਬ ਐਮਪਾਇਰ ਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੰਡਰ ਸਰਵਾਈਵ ਕਰ ਗਿਆ। ਠੀਕ ਹੈ ਜੀ, ਅੱਜ ਅਸੀਂ ਉਹਨਾਂ ਬਾਰੇ ਪੜ੍ਹਾਂਗੇ। ਇਹ ਵੀ ਇੱਕ ਇੰਪੋਰਟੈਂਟ ਟੌਪਿਕ ਆ ਮੇਨਸ ਦੇ ਲਈ, ਇਹਦੇ 'ਚੋਂ ਕੁਐਸਚਨ ਬਣ ਸਕਦਾ, ਤੇ ਇੱਕ ਦੋ ਵਾਰੀ ਪੇਪਰ ਦੇ ਵਿੱਚ ਪੁੱਛਿਆ ਵੀ ਗਿਆ, ਤੇ ਅੱਗੇ ਵੀ ਪੁੱਛਿਆ ਜਾ ਸਕਦਾ। ਸੋ ਇਹ ਕਲਾਸ ਵੀ ਤੁਹਾਡੇ ਲਈ ਇੰਪੋਰਟੈਂਟ ਹੋਣ ਵਾਲੀ ਹੈ, ਸੋ ਜ਼ਰੂਰ ਇਹਨੂੰ ਧਿਆਨ ਨਾਲ ਦੇਖਿਓ। ਪਹਿਲਾਂ ਜਦੋਂ ਵੀ ਆਪਾਂ ਜਿਵੇਂ ਇੱਦਾਂ ਦੀ ਆਪਾਂ ਜੇ ਗੱਲ ਕਰੀਏ, ਜਿੱਥੇ ਬ੍ਰਿਟਿਸ਼ ਗਵਰਨਮੈਂਟ ਦੀ ਆਪਾਂ ਗੱਲ ਕਰ ਲਈਏ, ਕਿਉਂਕਿ ਇੰਡੀਆ ਬ੍ਰਿਟਿਸ਼ ਗਵਰਨਮੈਂਟ ਦੀ ਇੱਕ ਕਲੋਨੀ ਸੀ। ਠੀਕ ਹੈ ਜੀ, ਤਾਂ ਬ੍ਰਿਟਿਸ਼ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਜ਼ ਰਹੀਆਂ ਨੇ ਵਿਦ ਰਿਸਪੈਕਟ ਟੂ ਇੰਡੀਆ, ਉਹ ਉਹਨਾਂ ਦੇ ਪਿੱਛੇ ਮਤਲਬ ਕਿ ਕਹਿ ਲਓ ਮੇਨ ਕਾਰਨ ਨੇ, ਉਹ ਸਿਰਫ ਇੰਡੀਆ ਹੀ ਨਹੀਂ ਰਿਹਾ। ਜਿਹੜੀਆਂ ਬਾਹਰਲੀਆਂ ਹੋਰ ਕੰਟਰੀਜ਼ ਦੇ ਵਿੱਚ ਉਸ ਟਾਈਮ ਤੇ ਕੰਟੈਂਪਰੇਰੀ ਜੋ ਈਵੈਂਟਸ ਹੋਈਆਂ, ਉਹਨਾਂ ਦਾ ਇਫੈਕਟ ਵੀ ਬ੍ਰਿਟਿਸ਼ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਜਿਹੜੀਆਂ ਵਿਦ ਰਿਸਪੈਕਟ ਟੂ ਇੰਡੀਆ ਜਾਂ ਵਿਦ ਰਿਸਪੈਕਟ ਟੂ ਦੇਅਰ ਅਦਰ ਕਲੋਨੀਜ਼, ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਸੀ, ਉਹਨਾਂ ਦੇ ਉੱਪਰ ਬਾਹਰਲੀਆਂ ਜਿਹੜੀਆਂ ਹੋਰ ਈਵੈਂਟਸ ਨੇ, ਉਸ ਸਮੇਂ ਦੀਆਂ ਹੋਰ ਮੁੱਖ ਘਟਨਾਵਾਂ ਹੋਈਆਂ ਨੇ, ਉਹਨਾਂ ਦਾ ਅਸਰ ਵੀ ਸਮੇਂ ਸਿਰ ਉਹਨਾਂ ਪਾਲਿਸੀਜ਼, ਉਹਨਾਂ ਨੀਤੀਆਂ ਦੇ ਉੱਪਰ ਪੈਂਦਾ ਰਿਹਾ। ਸੋ ਅਸੀਂ ਦੇਖਾਂਗੇ ਕਿਵੇਂ ਬਾਹਰਲੀਆਂ ਕੁਝ ਘਟਨਾਵਾਂ ਤੇ ਕੁਝ ਇੱਥੋਂ ਦੀਆਂ ਸਾਡੀਆਂ ਡੋਮੈਸਟਿਕ ਈਵੈਂਟਸ ਨੇ, ਜਿਨ੍ਹਾਂ ਨੇ ਬ੍ਰਿਟਿਸ਼ ਗਵਰਨਮੈਂਟ ਦਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਿਹੜੇ ਰਿਲੇਸ਼ਨਸ ਨੇ, ਉਹਨਾਂ ਦੇ ਜਿਹੜੇ ਆਪਸੀ ਸੰਬੰਧ ਨੇ, ਉਹਨਾਂ ਨੂੰ ਟਾਈਮ ਟੂ ਟਾਈਮ ਉਹਨਾਂ ਨੂੰ ਕਿਵੇਂ ਇਫੈਕਟ ਕੀਤਾ। ਠੀਕ ਹੈ ਜੀ, ਤੇ ਜਦੋਂ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਿਲੇਸ਼ਨਸ ਦੀ ਗੱਲ ਕਰਦੇ ਹਾਂ ਵਿਦ ਬ੍ਰਿਟਿਸ਼ ਗਵਰਨਮੈਂਟ, ਉਹਨਾਂ ਨੂੰ ਬੇਸਿਕਲੀ ਆਪਾਂ ਦੋ ਡਿਫਰੈਂਟ ਫੇਜ਼ਸ ਦੇ ਅੰਡਰ ਪੜ੍ਹ ਸਕਦੇ ਹਾਂ, ਦੋ ਡਿਫਰੈਂਟ ਫੇਜ਼ਸ ਦੇ ਅੰਡਰ ਆਪਾਂ ਅੰਡਰਸਟੈਂਡ ਕਰ ਸਕਦੇ ਹਾਂ। ਠੀਕ ਹੈ ਜੀ, ਕਿਵੇਂ ਪਹਿਲਾ ਦਾ ਫੇਜ਼ ਉਹ ਹੋ ਗਿਆ ਜਿਹੜਾ ਸਾਡੇ ਕੋਲੇ 1800 ਤੋਂ ਲੈ ਕੇ 1808 ਤੱਕ ਦਾ ਫੇਜ਼ ਹੈ। ਸਾਨੂੰ ਪਤਾ 1809 ਦੇ ਵਿੱਚ ਇੰਪੋਰਟੈਂਟ ਇੱਕ ਟਰੀਟੀ ਹੋਈ ਹੈ ਜੀ, ਟਰੀਟੀ ਆਫ ਅੰਮ੍ਰਿਤਸਰ, ਜਿਹਨੂੰ ਅਸੀਂ ਟਰੀਟੀ ਆਫ ਅੰਮ੍ਰਿਤਸਰ ਹੋਈ ਹੈ, ਜਿਹਦੇ ਨਾਲ ਸਤਲੁਜ ਆ ਜਿਹੜੀ ਉਹਨੂੰ ਸਾਡੇ ਕੋਲੇ ਐਜ਼ ਅ ਬਾਉਂਡਰੀ ਡਿਕਲੇਅਰ ਕਰਤਾ ਸੀ ਬਿਟਵੀਨ
the territories held by Sikh Empire and the British occupied territories, ਠੀਕ ਹੈ। ਸੋ ਉਹਦੇ ਤੋਂ ਪਹਿਲਾਂ ਵਾਲਾ ਜਿਹੜਾ ਫੇਜ਼ ਆ 1800, ਸਾਨੂੰ ਪਤਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਜਿਵੇਂ ਆਪਾਂ ਕਹਿ ਲਈਏ ਕਿੰਗਸ਼ਿਪ ਦੇ ਵੱਲ ਨੂੰ ਜਿਹੜਾ ਉਹਨਾਂ ਦਾ ਸਟਾਰਟ ਆ ਉਹ 1800 ਦੇ ਵਿੱਚ ਸਟਾਰਟ ਹੁੰਦਾ। 1801 ਦੇ ਵਿੱਚ ਮਹਾਰਾਜਾ ਦਾ ਟਾਈਟਲ ਲੈ ਲੈਂਦੇ ਨੇ। 1800 ਤੋਂ ਲੈ ਕੇ 1808 1809 ਵਾਲਾ ਇੱਕ ਫੇਜ਼ ਹੋ ਗਿਆ। ਉਹਦੇ 'ਚ ਕੀ ਕਿੱਦਾਂ ਦੇ ਰਿਲੇਸ਼ਨ ਰਹੇ ਨੇ ਜਾਂ ਉਹਨਾਂ ਪਿੱਛੇ ਕਾਰਨ ਕੀ ਸੀ ਉਹ ਪੜਾਂਗੇ ਆਪਾਂ, ਕੀ ਮੇਜਰ ਇਵੈਂਟਸ ਹੋਈਆਂ ਨੇ। ਉਸੇ ਤਰ੍ਹਾਂ 1809 ਤੋਂ ਲੈ ਕੇ 1839 ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਹੁੰਦੀ ਆ 1839 ਦੇ ਵਿੱਚ, ਉਸ ਸਮੇਂ ਦੌਰਾਨ ਉਹਨਾਂ ਦੇ ਰਿਲੇਸ਼ਨ ਕਿਹੋ ਜਿਹੇ ਰਹੇ ਤੇ ਕਿਹੜੀਆਂ ਇਵੈਂਟਸ ਨੇ ਉਹਨਾਂ ਰਿਲੇਸ਼ਨਸ ਨੂੰ ਪ੍ਰਭਾਵਿਤ ਕੀਤਾ, ਉਹਨਾਂ ਬਾਰੇ ਆਪਾਂ ਪੜਾਂਗੇ, ਠੀਕ ਹੈ। ਜਿਹੜਾ ਪਹਿਲਾ ਫੇਜ਼ ਆ ਨਾ 1801 ਤੋਂ ਲੈ ਕੇ 1800 ਤੋਂ ਲੈ ਕੇ 1809 ਤੱਕ ਦਾ, ਪਹਿਲੀ ਗੱਲ ਤੁਹਾਡੇ ਲਈ ਇੱਕ ਇੰਪੋਰਟੈਂਟ ਚੀਜ਼ ਇਹ ਆ ਪ੍ਰੀ ਦੇ ਪੁਆਇੰਟ ਆਫ ਵਿਊ ਤੋਂ ਕਿ ਮਹਾਰਾਜਾ ਜਦੋਂ ਰਣਜੀਤ ਸਿੰਘ ਜੀ ਨੇ ਮਹਾਰਾਜਾ ਉਹ ਪੰਜਾਬ ਦਾ ਟਾਈਟਲ ਲਿਆ, ਉਸ ਤੋਂ ਪਹਿਲਾਂ ਉਹਨਾਂ ਨੂੰ ਰਾਜਾ ਦਾ ਟਾਈਟਲ ਦਿੱਤਾ ਸੀ ਲਾਹੌਰ ਦਾ, ਜਾਂ ਕਹਿ ਲਓ ਉਹਨਾਂ ਨੂੰ ਲਾਹੌਰ ਦਾ ਸੂਬੇਦਾਰ ਅਪਾਇੰਟ ਕਰਤਾ ਸੀ। ਕਿਹਨਾਂ ਨੇ? ਅਫਗਾਨ ਕਿੰਗ ਸੀ ਜ਼ਮਾਨ ਸ਼ਾਹ, ਠੀਕ ਹੈ ਜੀ, ਜਾਂ ਕਹਿ ਲਓ ਸ਼ਾਹ ਜਮਾਨ ਅਫਗਾਨ ਦਾ ਇੱਕ ਕਿੰਗ ਸੀ। ਉਹਨਾਂ ਨੇ 1800 ਦੇ ਵਿੱਚ ਰਣਜੀਤ ਸਿੰਘ ਨੂੰ ਲਾਹੌਰ ਦਾ ਸੂਬੇਦਾਰ ਅਪਾਇੰਟ ਕਰਤਾ, ਕਿਉਂਕਿ ਉਹ ਏਰੀਆ ਉਦੋਂ ਸ਼ਾਹ ਜਮਾਨ ਆ ਜਿਹੜਾ ਇਹਨਾਂ ਦੀ ਦੁਰਾਨੀ ਡਾਇਨੈਸਟੀ ਸੀ, ਉਸ ਡਾਇਨੈਸਟੀ ਦੇ ਅੰਡਰ ਬਿਲੋਂਗ ਕਰਦਾ ਸੀ। ਬਟ ਮਹਾਰਾਜਾ ਤਾਂ ਉਦੋਂ ਟਾਈਟਲ ਨਹੀਂ ਸੀ ਮਿਲਿਆ, ਇਹਨਾਂ ਨੂੰ ਮਹਾਰਾਜਾ ਨਹੀਂ ਸੀ। ਰਣਜੀਤ ਸਿੰਘ ਜੀ ਦਾ ਜਿਹੜਾ ਕੈਲੀਬਰ ਸੀ ਉਹਨੂੰ ਦੇਖ ਕੇ, ਜਾਂ ਕਹਿ ਲਓ ਇਹਨਾਂ ਦਾ ਜਿਹੜਾ ਪੋਟੈਂਸ਼ੀਅਲ ਸੀ, ਇਹਨਾਂ ਦਾ ਜਿਹੜਾ ਡੋਮੀਨੈਂਸ ਵੱਧ ਰਿਹਾ ਸੀ ਏਰੀਆ ਦੇ ਵਿੱਚ, ਉਹਨੂੰ ਦੇਖ ਕੇ ਸ਼ਾਹ ਜਮਾਨ ਆ ਜਿਹੜਾ ਅਫਗਾਨ ਕਿੰਗ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਰਾਜਾ ਆਫ ਲਾਹੌਰ ਦਾ ਟਾਈਟਲ ਦਿੱਤਾ ਸੀ, ਲਾਹੌਰ ਦਾ ਸੂਬੇਦਾਰ ਬਣਾ ਕੇ, ਠੀਕ ਹੈ ਜੀ। ਇਹਨਾਂ ਦੋਨਾਂ ਦੇ ਆਪਸੀ ਜਿਹੜੇ ਸੰਬੰਧ ਨੇ ਉਹ ਬਹੁਤ ਵਧੀਆ ਸੀ। ਤੇ ਜਿਹੜਾ ਪਹਿਲਾ ਫੇਜ਼ ਆ 1800 ਤੋਂ ਲੈ ਕੇ 1809 ਤੱਕ ਦਾ ਫੇਜ਼ ਆ, ਉਹਦੇ 'ਚ ਜਿਹੜੇ ਇਹਨਾਂ ਦੇ ਰਿਲੇਸ਼ਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਿਦ ਬ੍ਰਿਟਿਸ਼ ਗਵਰਨਮੈਂਟ ਜਾਂ ਈਸਟ ਇੰਡੀਆ ਕੰਪਨੀ, ਉਹਨਾਂ ਦੇ ਵਿੱਚ ਜਿਹੜਾ ਮੇਨ ਆਪਣੇ ਕੋਲੇ ਕਹਿ ਲਓ ਜਿਹੜੇ ਰਿਲੇਸ਼ਨ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਬਾਹਰਲੀਆਂ ਇਵੈਂਟਸ ਨੇ। ਉਹਨਾਂ 'ਚੋਂ ਇੱਕ ਤਾਂ ਸਾਡੇ ਕੋਲ ਹੋ ਗਿਆ ਅਫਗਾਨ ਦੇ ਨਾਲ ਰਿਲੇਸ਼ਨ, ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੀ, ਬਹੁਤ ਸਟਰੋਂਗ ਬੌਂਡ ਸੀ ਇਹਨਾਂ ਦਾ। ਦੂਸਰਾ ਹੋ ਗਿਆ ਜੀ ਰਾਈਜ਼ ਆਫ ਨੈਪੋਲੀਅਨ, ਜਾਂ ਕਹਿ ਲਓ ਕਿਉਂਕਿ 1804-05 ਵਾਲਾ ਜਿਹੜਾ ਪੀਰੀਅਡ ਸੀ, ਉਸ ਪੀਰੀਅਡ ਦੇ ਦੌਰਾਨ ਨੈਪੋਲੀਅਨ ਆਪਣੀ ਪੂਰੀ ਪੀਕ ਤੇ ਸੀ, ਤੇ ਨੈਪੋਲੀਅਨ ਦਾ ਥ੍ਰੈਟ ਆ ਜਿਹੜਾ, ਕਿਉਂਕਿ ਉਹ ਇੰਡੀਆ ਦੇ ਉੱਪਰ ਵੀ ਅਟੈਕ ਕਰਨਾ ਚਾਹੁੰਦਾ ਸੀ, ਠੀਕ ਹੈ ਜੀ। ਤਾਂ ਉਹ ਜਿਹੜੀਆਂ ਦੋ ਮੇਜਰ ਇਵੈਂਟਸ ਨੇ, ਉਹਨਾਂ ਦੋਨੋਂ ਇਵੈਂਟਸ ਨੇ ਇਹਨਾਂ ਰਿਲੇਸ਼ਨਸ ਨੂੰ ਡਿਫਾਈਨ ਕੀਤਾ। ਤੇ ਬੇਸਿਕਲੀ ਜਿਹੜੇ ਇਹ ਟਾਈਮ ਦੇ ਰਿਲੇਸ਼ਨ ਨੇ, ਇਹਨਾਂ ਨੂੰ ਅਸੀਂ ਇਸ ਤਰ੍ਹਾਂ ਪੜ੍ਹ ਸਕਦੇ ਹਾਂ ਕਿ ਇਸ ਟਾਈਮ ਦੇ ਦੌਰਾਨ ਬ੍ਰਿਟਿਸ਼ ਗਵਰਨਮੈਂਟ ਆ ਜਿਹੜੀ, ਜਾਂ ਉਸ ਸਮੇਂ ਦੀ ਜਿਹੜੀ ਈਸਟ ਇੰਡੀਆ ਕੰਪਨੀ ਆ ਜਿਹੜੀ ਇੰਡੀਆ ਦੇ ਉੱਪਰ ਰੂਲ ਕਰ ਰਹੀ ਸੀ, ਦੇ ਟਰਾਈ ਟੂ ਸੀਕ ਦ ਕੌਨਫੀਡੈਂਸ ਆਫ ਮਹਾਰਾਜਾ ਰਣਜੀਤ ਸਿੰਘ, ਔਰ ਦੇ ਟਰਾਈ ਟੂ ਇਸਟੈਬਲਿਸ਼ cordial relations ਔਰ friendly relations with ਮਹਾਰਾਜਾ ਰਣਜੀਤ ਸਿੰਘ, ਠੀਕ ਹੈ ਜੀ। ਇਸ ਪੀਰੀਅਡ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੂੰ ਭਾਰਤ ਦੀ ਜਿਹੜੀ ਬਰਤਾਨਵੀ ਹਕੂਮਤ ਸੀ ਉਸ ਸਮੇਂ ਦੀ, ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਾਥ ਦੀ ਲੋੜ ਸੀ, ਜਿਹਦੇ ਕਰਕੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਫਰੈਂਡਲੀ ਰਿਲੇਸ਼ਨਸ ਮੇਨਟੇਨ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਇਸ ਸਮੇਂ ਦੇ ਦੌਰਾਨ 1800 ਤੋਂ ਲੈ ਕੇ 1808 ਦੇ ਵਿੱਚ, ਠੀਕ ਹੈ ਜੀ। ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ, ਮਹਾਰਾਜਾਜ਼ ਸਟਰੋਂਗ ਬੌਂਡ ਵਿਦ ਅਫਗਾਨ ਕਿੰਗ ਸ਼ਾਹ ਜਮਾਨ, ਕਿਉਂਕਿ ਬ੍ਰਿਟਿਸ਼ ਗਵਰਨਮੈਂਟ ਆ ਜਿਹੜੀ ਉਸ ਸਮੇਂ ਦੀ ਈਸਟ ਇੰਡੀਆ ਕੰਪਨੀ ਆ, ਉਹਨਾਂ ਨੇ ਸਾਰੇ ਇੰਡੀਆ ਨੂੰ ਕੈਪਚਰ ਕਰ ਲਿਆ ਸੀ, ਪੰਜਾਬ ਸਿੰਧ ਤੇ ਅਫਗਾਨ ਵਾਲਾ ਰੀਜਨ ਰਹਿ ਗਿਆ ਸੀ, ਠੀਕ ਹੈ। ਸੋ ਉਹਨਾਂ ਨੂੰ ਇਹ ਡਰ ਸੀ ਜੇ ਕਿਤੇ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਦੀ ਇੱਕ ਸਟਰੋਂਗ ਆਰਮੀ ਸੀ, ਜਿਨ੍ਹਾਂ ਦਾ ਇੱਕ ਵਧੀਆ ਜਿਵੇਂ ਕਹਿ ਲਓ ਐਡਮਿਨਿਸਟ੍ਰੇਟਿਵ ਸਿਸਟਮ ਸੀ, ਆਪਾਂ ਉਹਦੇ ਬਾਰੇ ਪੜ੍ਹਿਆ, ਤੇ ਅਫਗਾਨ ਕਿੰਗ ਸ਼ਾਹ ਜਮਾਨ ਦੇ ਨਾਲ ਦੋਨੋਂ ਰਲ ਕੇ, ਕਿਉਂਕਿ ਇਹਨਾਂ ਦਾ ਰਿਲੇਸ਼ਨ ਤਾਂ ਵਧੀਆ ਹੀ ਸੀ, ਜੇ ਇਕੱਠੇ ਹੋ ਕੇ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਲੜਨ ਲੱਗੇ ਤਾਂ ਹੋ ਸਕਦਾ ਜਿਹੜਾ ਬ੍ਰਿਟਿਸ਼ ਦਾ ਏਮ ਆ ਪੂਰੇ ਇੰਡੀਆ ਨੂੰ ਆਪਣੇ ਕਬਜ਼ੇ 'ਚ ਕਰਨ ਦਾ, ਉਹ ਸ਼ਾਇਦ ਕਿਤੇ ਨਾ ਕਿਤੇ ਉਹਦੇ ਤੇ ਇਫੈਕਟ ਪੈ ਸਕਦਾ ਸੀ, ਠੀਕ ਹੈ। ਤਾਂ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਅਸੀਂ ਰਿਲੇਸ਼ਨ ਵਧੀਆ ਬਣਾ ਸਕੀਏ। ਦੂਸਰਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨੈਪੋਲੀਅਨ ਦਾ ਥ੍ਰੈਟ, ਇਹਨਾਂ ਨੂੰ ਡਰ ਸੀ ਕਿ ਕਿਤੇ ਨੈਪੋਲੀਅਨ ਭਾਰਤ ਦੇ ਉੱਪਰ ਹਮਲਾ ਨਾ ਕਰਦੇ, ਤੇ ਭਾਰਤ ਦੇ ਉੱਪਰ ਹਮਲਾ ਕਰਨ ਦਾ ਜਿਹੜਾ ਇੱਕੋ ਇੱਕ ਰਸਤਾ ਸੀ ਉਹ ਕਿਹੜਾ ਸੀ? ਬਾਇਆ ਅਫਗਾਨ, ਸਿੰਧ ਐਂਡ ਪੰਜਾਬ, ਠੀਕ ਹੈ ਜੀ। ਅਫਗਾਨ ਤੋਂ ਪੰਜਾਬ ਹੁੰਦੇ ਹੋਏ ਪੰਜਾਬ ਦੇ ਰਾਹੀਂ ਪੂਰੇ ਭਾਰਤ ਦੇ ਵਿੱਚ ਨੈਪੋਲੀਅਨ ਐਂਟਰ ਕਰ ਸਕਦਾ ਸੀ। ਸੋ ਇਹਨਾਂ ਨੂੰ ਇਹ ਸੀ ਜੇ ਨੈਪੋਲੀਅਨ ਪੰਜਾਬ ਦੇ ਰਾਹੀਂ ਭਾਰਤ ਦੇ ਵਿੱਚ ਆਉਂਦਾ ਤਾਂ ਸਾਡੀ ਮਹਾਰਾਜਾ ਰਣਜੀਤ ਸਿੰਘ ਸਾਡੀ ਸਪੋਰਟ ਦੇ ਲਈ ਤਿਆਰ ਹੋਵੇ, ਉੱਥੇ ਨੈਪੋਲੀਅਨ ਦੇ ਵਿਰੁੱਧ ਮਹਾਰਾਜਾ ਰਣਜੀਤ ਸਿੰਘ ਬ੍ਰਿਟਿਸ਼ ਗਵਰਨਮੈਂਟ ਦਾ ਸਾਥ ਦੇਵੇ, ਠੀਕ ਹੈ ਜੀ। ਇਹ ਦੋ ਹੋ ਗਈਆਂ ਐਕਸਟਰਨਲ ਇਵੈਂਟਸ, ਜਿਹੜੀਆਂ ਬਾਹਰਲੀਆਂ ਸਾਡੀਆਂ ਜਿਵੇਂ ਕਹਿ ਲਓ ਜਾਂ ਉਸ ਇਲਾਕੇ ਦੇ ਆਸੇ-ਪਾਸੇ ਦੀਆਂ ਜਿਹੜੀਆਂ ਘਟਨਾਵਾਂ ਨੇ, ਜਿਨ੍ਹਾਂ ਨੇ ਸਮੇਂ ਦੇ ਬ੍ਰਿਟਿਸ਼ ਗਵਰਨਮੈਂਟ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਿਲੇਸ਼ਨਸ ਨੂੰ ਪ੍ਰਭਾਵਿਤ ਕੀਤਾ, ਇਨਫਲੂਐਂਸ ਕੀਤਾ। ਇਹਦੇ ਨਾਲ ਨਾਲ ਜਿਹੜੀਆਂ ਸਾਡੀਆਂ ਡੋਮੈਸਟਿਕ ਇਵੈਂਟਸ ਨੇ, ਕਿਉਂਕਿ ਸਾਨੂੰ ਪਤਾ ਇਹ ਉਹ ਟਾਈਮ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ
ਬਾਕੀ ਦੀਆਂ ਮਿਸਲਸ ਨੂੰ ਆਪਣੇ ਵਿੱਚ ਰਲਾ ਰਹੇ ਸੀ, ਕੰਸੋਲੀਡੇਟ ਕਰ ਰਹੇ ਸੀ। ਦੈਟ ਮੀਨਸ ਜਿਹੜੇ ਉੱਥੋਂ ਉਸ ਇਲਾਕਿਆਂ ਦੇ ਲੋਕਲ ਸਰਦਾਰ ਸੀ, ਲੋਕਲ ਚੀਫ ਸੀ, ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੀ। ਉਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਇਨਫਲੂਐਂਸ ਲੋਕਲ ਏਰੀਆ 'ਚ ਵੱਧ ਰਿਹਾ ਸੀ। ਸੋ ਉਹਨਾਂ ਨੂੰ ਜਿਵੇਂ ਕਹ ਲਓ ਵੀ ਉਹਨਾਂ ਦੀ ਪਾਵਰ ਵੱਧਦੀ ਦੇਖ ਕੇ ਬ੍ਰਿਟਿਸ਼ ਗਵਰਨਮੈਂਟ ਨੇ ਉਹਨਾਂ ਦੇ ਨਾਲ ਫਰੈਂਡਲੀ ਰਿਲੇਸ਼ਨਸ, ਦੋਸਤਾਨਾ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਚਲੋ ਇਹ ਸਾਡੇ ਕੋਲ ਹੋ ਗਿਆ। ਇਸ ਸਮੇਂ ਦੇ ਜਿਹੜੇ ਰਿਲੇਸ਼ਨ ਨੇ ਉਹ ਕਿਹੋ ਜਿਹੇ ਰਹਿਣਗੇ, ਉਹਨਾਂ ਦੇ ਮੇਨ ਕਾਰਨ ਕੀ ਹੋਣਗੇ, ਉਹ ਮੈਂ ਤੁਹਾਨੂੰ ਦੱਸਤਾ। ਤੇ ਹੁਣ ਆਪਾਂ ਦੇਖਦੇ ਹਾਂ ਇਸ ਸਮੇਂ ਦੇ ਦੌਰਾਨ ਕਿਹੜੀਆਂ ਮੇਜਰ ਇਵੈਂਟਸ ਹੋਈਆਂ ਜਿਨ੍ਹਾਂ ਨੇ ਇਸ ਟਾਈਮ ਦੇ ਜਿਹੜੇ ਰਿਲੇਸ਼ਨਸ ਨੇ ਬ੍ਰਿਟਿਸ਼ ਗਵਰਨਮੈਂਟ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ, ਉਹਨਾਂ ਨੂੰ ਡਿਫਾਈਨ ਕੀਤਾ। ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਜੀ ਯੂਸਫ ਅਲੀ ਮਿਸ਼ਨ 1800। ਯੂਸਫ ਅਲੀ ਇੱਕ ਪਰਸਨ ਸੀ ਜਿਹਨੂੰ ਬ੍ਰਿਟਿਸ਼ ਗਵਰਨਮੈਂਟ ਨੇ ਅਪੁਆਇੰਟ ਕੀਤਾ ਜਾਂ ਉਹਨੂੰ ਭੇਜਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਦੇ ਵਿੱਚ ਭੇਜਿਆ। ਉਹਨਾਂ ਨੇ ਕਾਹਦੇ ਲਈ ਭੇਜਿਆ? ਸੋ ਦੈਟ ਉਹ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਰਿਲੇਸ਼ਨ ਨੇ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਵਧੀਆ ਕਰ ਸਕੇ। ਦੂਸਰਾ, ਜਿਹੜੇ ਸ਼ਾਹ ਜਮਾਨ ਦੇ ਨਾਲ ਰਿਲੇਸ਼ਨ ਨੇ ਉਹਨਾਂ ਨੂੰ ਥੋੜ੍ਹਾ ਬਹੁਤ ਵੀਕ ਕੀਤਾ ਜਾ ਸਕੇ, ਥੋੜ੍ਹਾ ਬਹੁਤ ਕਮਜ਼ੋਰ ਕੀਤਾ ਜਾ ਸਕੇ। ਉਸ ਇਰਾਦੇ ਦੇ ਨਾਲ ਇਹਨਾਂ ਨੇ ਇੱਕ ਪਰਸਨ ਯੂਸਫ ਅਲੀ ਨੂੰ ਚੁਣਿਆ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਰਟ ਦੇ ਵਿੱਚ, ਉਹਨਾਂ ਦੇ ਦਰਬਾਰ ਵਿੱਚ ਭੇਜਿਆ ਜਾਣਾ ਸੀ। ਸੋ ਦੈਟ ਉਹ ਬ੍ਰਿਟਿਸ਼ ਗਵਰਨਮੈਂਟ ਜਿਵੇਂ ਕਹਿ ਲਓ ਉਹਨਾਂ ਨੂੰ ਦੱਸ ਸਕੇ ਕਿ ਬ੍ਰਿਟਿਸ਼ ਹਕੂਮਤ ਆ ਜਿਹੜੀ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਵਧੀਆ ਰਿਲੇਸ਼ਨ ਆਪਣੇ ਐਸਟੈਬਲਿਸ਼ ਕਰਨਾ ਚਾਹੁੰਦੀ ਹੈ, ਤਾਂ ਕਿ ਦੋਨੋਂ ਮਿਲ ਕੇ ਇਸ ਇਲਾਕੇ ਦੇ ਲਈ, ਇਸ ਇਲਾਕੇ ਦੇ ਉੱਪਰ ਜਿਵੇਂ ਕਹਿ ਲਓ ਆਪਣਾ ਜਿਹੜਾ ਐਮਪਾਇਰ ਆ ਜਾਂ ਜਿਹੜਾ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਉਹਨੂੰ ਪ੍ਰੋਪਰਲੀ ਕਰ ਸਕਣ। ਠੀਕ ਹੈ ਜੀ। Britishers sent this mission to Ranjit Singh's court to seek his friendship. Aim was to weaken his bond with ਸ਼ਾਹ ਜਮਾਨ। ਠੀਕ ਹੈ, ਬਟ ਜਦੋਂ ਹੀ ਇਹ ਮਿਸ਼ਨ ਆ ਰਿਹਾ ਸੀ, ਕਿਉਂਕਿ ਉਸ ਟਾਈਮ ਤੇ ਜਿਹੜਾ ਸ਼ਾਹ ਜਮਾਨ ਆ ਉਹ ਆਪਣੇ ਕੋਲੇ ਲਾਹੌਰ ਵਾਲੇ, ਕਿਉਂਕਿ ਇਸ ਤੋਂ ਪਹਿਲਾਂ ਕੀ ਹੋਇਆ, ਸ਼ਾਹ ਜਮਾਨ ਦੀ ਇੱਕ ਛੋਟੀ ਜਿਹੀ ਲੜਾਈ ਹੋਈ ਜਿਹਦੇ 'ਚ ਲੋਕਲ ਲੋਕਾਂ ਨੇ ਉਹਨੂੰ ਕਾਫੀ ਜਿਵੇਂ ਕਹਿ ਲਓ ਸ਼ਾਹ ਜਮਾਨ ਨੂੰ ਨੁਕਸਾਨ ਹੋਇਆ ਤੇ ਉਹ ਭਾਰਤ ਵਾਲੇ ਪਾਸੇ, ਲਾਹੌਰ ਵਾਲੇ ਪਾਸੇ ਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕੋਰਟ ਦੇ ਵਿੱਚ ਰਹਿ ਰਿਹਾ ਸੀ। ਠੀਕ ਹੈ ਜੀ। ਤਾਂ ਉਹਨਾਂ ਦੇ ਰਿਲੇਸ਼ਨਸ ਨੂੰ ਕਮਜ਼ੋਰ ਕਰਨ ਦੇ ਲਈ ਯੂਸਫ ਅਲੀ ਮਿਸ਼ਨ ਆਇਆ। ਬਟ ਜਦੋਂ ਯੂਸਫ ਅਲੀ ਮਿਸ਼ਨ ਆ ਰਿਹਾ ਸੀ ਉਸੇ ਟਾਈਮ ਤੇ ਸ਼ਾਹ ਜਮਾਨ ਨੂੰ ਪਤਾ ਲੱਗਦਾ ਕਿ ਪਿੱਛੇ ਜਿਹੜਾ ਉਹਦਾ ਦੁਰਾਨੀ ਡਾਇਨੈਸਟੀ ਸੀ, ਅਫਗਾਨ ਵਾਲਾ ਏਰੀਆ ਹੈਗਾ ਜਿਹੜਾ, ਉੱਥੇ ਮੁੜ ਕੇ ਉੱਥੇ ਅਗੇਨ ਕੋਈ ਰੈਵਲੀਅਨ ਸਟਾਰਟ ਹੋ ਚੁੱਕੀ ਹੈ। ਤਾਂ ਸ਼ਾਹ ਜਮਾਨ ਲਾਹੌਰ ਨੂੰ ਛੱਡ ਕੇ ਅਫਗਾਨ ਵੱਲ ਵਾਪਸ ਚਲਿਆ ਗਿਆ। ਸੋ ਜਿਹੜਾ ਇਹਨਾਂ ਦਾ ਏਮ ਸੀ ਕਿ ਆਪਾਂ ਉਹਨਾਂ ਦੇ ਰਿਲੇਸ਼ਨਸ ਨੂੰ ਕਮਜ਼ੋਰ ਕਰੀਏ, ਉਹ ਜਿਵੇਂ ਕਹਿ ਲਓ ਮਿਸ਼ਨ ਸਕਸੈਸਫੁਲ ਨਹੀਂ ਹੋਇਆ, ਕਿਉਂਕਿ ਇੱਥੇ ਸ਼ਾਹ ਜਮਾਨ ਆਪਣੇ ਆਪ ਹੀ ਇੱਥੋਂ ਲਾਹੌਰ ਵਾਲਾ ਏਰੀਆ ਛੱਡ ਕੇ ਅਫਗਾਨਿਸਤਾਨ 'ਚ ਵਾਪਸ ਚਲਿਆ ਗਿਆ। ਠੀਕ ਹੈ ਜੀ। ਯੂਸਫ ਅਲੀ ਮਿਸ਼ਨ 1800। ਫਿਰ ਸਾਡੇ ਕੋਲ ਉਹਦੇ ਬਾਅਦ ਦੂਜੇ ਨੰਬਰ ਤੇ ਸਾਡੇ ਕੋਲ ਇੱਥੇ ਗੱਲ ਆਉਂਦੀ ਆ ਜਸਵੰਤ ਰਾਓ ਹੋਲਕਰ। ਇਹ ਇੱਕ ਮਰਾਠਾ ਸਰਦਾਰ ਸੀ, ਕਿਉਂਕਿ ਜਿਹੜੇ ਮਰਾਠੇਜ਼ ਨੇ, ਮਰਾਠੇਜ਼ ਵਰ ਆ ਕਨਫੈਡਰੇਸੀ ਆਫ 5 ਡਿਫਰੈਂਟ ਗਰੁੱਪਸ, ਜਿਹਦੇ ਸਾਡੇ ਕੋਲੇ ਪੇਸ਼ਵਾਜ਼, ਹੋਲਕਰਸ, ਸਿੰਧੀਆਜ਼, ਹੈ ਨਾ, ਇੱਦਾਂ ਦੇ ਆਪਣੇ ਕੋਲੇ 5 ਗਰੁੱਪ ਆਉਂਦੇ ਨੇ। ਉਹਨਾਂ ਬਾਰੇ ਤੁਸੀਂ ਹਿਸਟਰੀ 'ਚ ਪੜ੍ਹੋਗੇ। ਤੇ ਉਹਨਾਂ 'ਚੋਂ ਇੱਕ ਸੀ ਜਸਵੰਤ ਰਾਓ ਹੋਲਕਰ। ਉਹ ਬ੍ਰਿਟਿਸ਼ ਗਵਰਨਮੈਂਟ ਤੋਂ ਹਾਰ ਗਿਆ। ਬ੍ਰਿਟਿਸ਼ ਗਵਰਨਮੈਂਟ ਉਹਦੇ ਪਿੱਛੇ ਲੱਗੀ ਹੋਈ ਸੀ, ਜਾਂ ਉਸ ਸਮੇਂ ਦੀ ਜੋ ਈਸਟ ਇੰਡੀਆ ਕੰਪਨੀ ਦੀਆਂ ਫੋਰਸਿਸ ਸੀ ਉਹ ਜਸਵੰਤ ਰਾਓ ਹੋਲਕਰ ਦਾ ਪਿੱਛਾ ਕਰ ਰਹੀਆਂ ਸੀ। ਤੇ ਜਸਵੰਤ ਰਾਓ ਹੋਲਕਰ ਮਹਾਰਾਜਾ ਜਾਂ ਪੰਜਾਬ ਵਾਲੇ ਏਰੀਏ ਵੱਲ ਨੂੰ ਆ ਰਿਹਾ ਸੀ ਟੂ ਸੀਕ ਦ ਸਪੋਰਟ ਆਫ ਮਹਾਰਾਜਾ ਰਣਜੀਤ ਸਿੰਘ ਅਗੇਂਸਟ ਬ੍ਰਿਟਿਸ਼ ਫੋਰਸਿਸ। ਠੀਕ ਹੈ, ਸੋ ਦੈਟ ਮਹਾਰਾਜਾ ਰਣਜੀਤ ਸਿੰਘ ਉਹਨੂੰ ਆਪਣੀ ਸਪੋਰਟ ਦੇ ਸਕੇ ਅਗੇਂਸਟ ਫॉर ਹਿਜ਼ ਫਾਈਟ ਅਗੇਂਸਟ ਬ੍ਰਿਟਿਸ਼ ਗਵਰਨਮੈਂਟ। ਠੀਕ ਹੈ, ਜਾਂ ਬ੍ਰਿਟਿਸ਼ ਫੋਰਸਿਸ। ਬਟ ਮਹਾਰਾਜਾ ਰਣਜੀਤ ਸਿੰਘ ਨੇ ਜਿਵੇਂ ਕਹਿ ਲਓ ਉੱਥੇ ਇੱਕ ਵਧੀਆ ਡਿਸੀਜਨ ਲਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬ੍ਰਿਟਿਸ਼ ਗਵਰਨਮੈਂਟ ਹੈ ਜਾਂ ਬ੍ਰਿਟਿਸ਼ ਫੋਰਸਿਸ ਨੇ ਬਹੁਤ ਸਟਰੋਂਗ ਨੇ। ਜੇ ਮਹਾਰਾਜਾ ਰਣਜੀਤ ਸਿੰਘ ਜਸਵੰਤ ਰਾਓ ਹੋਲਕਰ ਨੂੰ ਸਪੋਰਟ ਕਰਦੇ ਨੇ ਤਾਂ ਜਿਵੇਂ ਕਹਿ ਲਓ ਉਹ ਇੱਕ ਬਿਨ ਬੁਲਾਈ ਜਿਵੇਂ ਕਹਿ ਲਓ ਇੱਕ ਪ੍ਰੋਬਲਮ, ਇੱਕ ਮੁਸੀਬਤ ਆ ਜਿਹੜੀ ਸਿੱਖ ਅੰਪਾਇਰ ਦੇ ਲਈ ਹੋ ਸਕਦੀ ਆ, ਕਿਉਂਕਿ ਹਲੇ ਤੱਕ ਉਹਨਾਂ ਦੇ ਜਿਹੜੇ ਰਿਲੇਸ਼ਨ ਨੇ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਉਹ ਠੀਕ ਸੀ। ਇਸ ਤੋਂ ਪਹਿਲਾਂ ਬ੍ਰਿਟਿਸ਼ ਗਵਰਨਮੈਂਟ ਨੇ ਖੁਦ ਪਹਿਲਕਦਮੀ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਫਰੈਂਡਲੀ ਰਿਲੇਸ਼ਨ ਐਸਟੈਬਲਿਸ਼ ਕਰਨ ਦੀ। ਸੋ ਜੇ ਹੁਣ ਉਹ ਹੋਲਕਰ ਨੂੰ ਸਪੋਰਟ ਕਰਦੇ ਨੇ ਤਾਂ ਹੋ ਸਕਦਾ ਬ੍ਰਿਟਿਸ਼ ਫੋਰਸਿਸ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਵੀ, ਉਹਨਾਂ ਦੇ ਅੰਪਾਇਰ ਦੇ ਉੱਪਰ ਵੀ ਅਟੈਕ ਕਰ ਦੇਣ। ਠੀਕ ਹੈ ਜੀ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਨੂੰ ਸਪੋਰਟ ਦੇਣ ਤੋਂ ਇਨਕਾਰ ਕਰਤਾ, ਜਿਹਦੇ ਨਾਲ ਜਿਵੇਂ ਕਹਿ ਲਓ ਬ੍ਰਿਟਿਸ਼ ਗਵਰਨਮੈਂਟ ਨੂੰ ਲੱਗਿਆ ਕਿ ਮਹਾਰਾਜਾ ਰਣਜੀਤ ਸਿੰਘ ਆ ਜਿਹੜੇ ਉਹ ਵੀ ਉਹਨਾਂ ਦੇ ਨਾਲ ਫਰੈਂਡਲੀ ਰਿਲੇਸ਼ਨਸ ਹੀ ਰੱਖਣਾ ਚਾਹੁੰਦੇ ਨੇ, ਜਿਹਦੇ ਕਰਕੇ ਉਹਦੇ ਬਾਅਦ ਉਹਨਾਂ ਨੇ ਨੈਕਸਟ ਸਾਡੇ ਕੋਲੇ ਟ੍ਰੀਟੀ ਆਫ ਲਾਹੌਰ, ਉਹਨਾਂ ਨੇ ਇੱਕ ਸੰਧੀ ਕਰਨ ਦੇ ਲਈ ਉਹਨਾਂ ਨੇ ਜੌਨ ਮੈਲਕੌਮ ਨੂੰ ਇੱਕ ਟ੍ਰੀਟੀ ਕਰਨ ਦੇ ਲਈ ਭੇਜਿਆ, ਜਿਹਨੂੰ ਟ੍ਰੀਟੀ ਨੂੰ ਅਸੀਂ ਕਹਿੰਦੇ ਆ ਲਾਹੌਰ ਟ੍ਰੀਟੀ। 1805 ਦੇ ਵਿੱਚ ਟ੍ਰੀਟੀ ਸਾਈਨ ਹੋਈ ਹੈ ਤੇ ਲਾਹੌਰ ਦੇ ਵਿੱਚ ਸਾਈਨ ਹੋਈ ਸੀ। ਤੇ ਇਸ ਟ੍ਰੀਟੀ ਨੂੰ ਅਸੀਂ ਫਰੈਂਡਸ਼ਿਪ ਟ੍ਰੀਟੀ ਵੀ ਕਹਿੰਦੇ ਆ। ਠੀਕ ਹੈ, ਇਟ ਇਜ਼ ਸਾਈਨਡ ਬਾਈ ਜੌਨ ਮੈਲਕੌਮ ਐਂਡ ਫਤਿਹ ਸਿੰਘ ਆਹਲੂਵਾਲੀਆ। ਇਟ ਵਾਜ਼ ਹੈਲਡ ਦੈਟ, ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿੰਨਾ ਸਮਾਂ ਜਿਹੜੇ ਸਿੱਖ ਫੋਰਸਿਸ ਨੇ ਉਹ ਬ੍ਰਿਟਿਸ਼ ਗਵਰਨਮੈਂਟ ਦੇ ਜਿਹੜੇ ਦੁਸ਼ਮਣ ਨੇ, ਬ੍ਰਿਟਿਸ਼ ਹਕੂਮਤ ਦੇ ਜਿਹੜੇ ਲੋਕਲ ਐਨੀਮੀਜ਼ ਨੇ,
ਉਹਨਾਂ ਨੂੰ ਸਪੋਰਟ ਨਹੀਂ ਕਰਨਗੇ ਉਹਨਾਂ ਸਮਾਂ ਬ੍ਰਿਟਿਸ਼ ਗਵਰਨਮੈਂਟ ਆ ਜਿਹੜੀ ਉਹ ਪੰਜਾਬ ਦੇ ਜਿਹੜੇ ਇੰਟਰਨਲ ਮੈਟਰਸ ਨੇ ਉਹਨਾਂ ਦੇ ਵਿੱਚ ਇੰਟਰਫੇਅਰ ਨਹੀਂ ਕਰਨਗੇ। ਠੀਕ ਹੈ ਜੀ, ਇੱਕ ਤਰ੍ਹਾਂ ਨਾਲ ਕਹਿ ਲਓ ਵੀ ਨਾਨ ਇੰਟਰਫੇਰੈਂਸ ਵਾਲੀ ਟਰੀਟੀ ਸੀ ਇਹ। ਜੇ ਪੰਜਾਬ ਦੀਆਂ ਜਿਹੜੀਆਂ ਸਿੱਖ ਫੋਰਸਿਸ ਨੇ ਉਹ ਬਰਤਾਨਵੀ ਹਕੂਮਤ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਮਦਦ ਨਹੀਂ ਪ੍ਰੋਵਾਈਡ ਕਰਨਗੇ ਤਾਂ ਬ੍ਰਿਟਿਸ਼ ਹਕੂਮਤ ਆ ਜਿਹੜੀ ਬਰਤਾਨਵੀ ਹਕੂਮਤ ਆ ਉਹ ਵੀ ਪੰਜਾਬ ਦੇ ਜਿਹੜੇ ਇੰਟਰਨਲ ਮੈਟਰਸ ਨੇ ਉਹਨਾਂ ਦੇ ਵਿੱਚ ਇੰਟਰਫੇਅਰ ਨਹੀਂ ਕਰਨਗੇ। ਠੀਕ ਹੈ ਜੀ। It was held that till the time Sikhs would not support British enemies, Britishers are not going to interfere in the internal matters of Punjab, so they recognized mutual respect। ਇੱਥੇ ਇਹਨਾਂ ਨੇ ਆਪਸੀ ਜਿਹੜੀ ਇੱਕ ਦੂਜੇ ਦੀ ਰਿਸਪੈਕਟ ਆ, ਮਿਊਚੁਅਲ ਰਿਸਪੈਕਟ ਨੂੰ ਰੈਕੋਗਨਾਈਜ਼ ਕੀਤਾ ਕਿ ਜੇ ਤੁਸੀਂ ਸਾਡੀ ਇੱਜ਼ਤ ਕਰੋਗੇ ਤਾਂ ਅਸੀਂ ਤੁਹਾਡੀ ਇੱਜ਼ਤ ਕਰਦੇ ਰਹਾਂਗੇ। ਠੀਕ ਹੈ ਜੀ। ਸੋ ਇਹ ਵੀ ਇੱਕ ਜਿਵੇਂ ਕਹਿ ਲਓ ਉਹਨਾਂ ਦੇ ਵਧੀਆ ਸੰਬੰਧ ਨੇ ਜਿਹੜੇ ਉਹਨਾਂ ਨੂੰ ਡਿਫਾਈਨ ਕਰਦੀ ਹੈ ਟਰੀਟੀ। ਫਿਰ ਇਹਦੇ ਬਾਅਦ ਆਪਾਂ ਗੱਲ ਕਰੀਏ ਚੌਥੇ ਨੰਬਰ ਤੇ ਜਿਹੜਾ ਇਸ ਟਾਈਮ ਦੇ ਇੱਕ ਹੋਰ ਇੰਪੋਰਟੈਂਟ ਇਵੈਂਟ ਆ ਜੀ ਉਹ ਹੈ ਮੈਟਕਾਫ ਮਿਸ਼ਨ। ਚਾਰਲਸ ਮੈਟਕਾਫ ਇੱਕ ਬ੍ਰਿਟਿਸ਼ ਆਫੀਸ਼ੀਅਲ ਸੀ, ਉਹਨਾਂ ਦੇ ਅੰਡਰ ਉਸ ਸਮੇਂ ਦੇ ਗਵਰਨਰ ਜਨਰਲ ਸੀ ਜਿਹੜੇ ਲਾਰਡ ਮਿੰਟੋ, ਉਹਨਾਂ ਨੇ 1808 ਦੇ ਵਿੱਚ ਮੈਟਕਾਫ ਮਿਸ਼ਨ 1 ਭੇਜਿਆ। ਕਿਉਂਕਿ ਇਹਦੇ ਬਾਅਦ ਇੱਕ ਮੈਟਕਾਫ ਮਿਸ਼ਨ ਸੈਕੰਡ ਮਿਸ਼ਨ ਵੀ ਥੋੜ੍ਹੇ ਟਾਈਮ ਬਾਅਦ ਆਇਆ, ਤਾਂ ਇਹ ਪਹਿਲਾ ਮਿਸ਼ਨ ਸੀ ਤਾਂ ਇਹਨੂੰ ਅਸੀਂ ਕਹਿੰਦੇ ਮੈਟਕਾਫ ਮਿਸ਼ਨ 1। ਠੀਕ ਹੈ ਜੀ। 1808 ਦੇ ਵਿੱਚ ਲਾਰਡ ਮਿੰਟੋ ਨੇ ਭੇਜਿਆ। ਕਿਉਂ ਭੇਜਿਆ? ਕਿਉਂਕਿ ਇਸ ਤੋਂ ਪਹਿਲਾਂ 1 ਸਾਲ ਪਹਿਲਾਂ 1807 ਦੇ ਵਿੱਚ ਇੱਕ ਇੰਪੋਰਟੈਂਟ ਇਵੈਂਟ ਹੋਈ ਆ, ਦੈਟ ਵਾਜ਼ ਟ੍ਰੀਟੀ ਆਫ ਟਿਲਸਿਟ। ਟ੍ਰੀਟੀ ਆਫ ਟਿਲਸਿਟ that was signed between Napoleon and Russian King Alexander। ਠੀਕ ਹੈ ਜੀ। ਨੈਪੋਲੀਅਨ ਤੇ ਰਸ਼ੀਆ ਦਾ ਜਿਹੜਾ ਕਿੰਗ ਸੀ ਅਲੈਗਜ਼ੈਂਡਰ, ਉਹਨਾਂ ਦੇ ਵਿੱਚ ਇੱਕ ਸੰਧੀ ਹੋਈ। ਉਹਦੇ 'ਚ ਕਿਹਾ ਗਿਆ ਕਿ ਜੇ ਨੈਪੋਲੀਅਨ ਭਾਰਤ ਦੇ ਉੱਪਰ ਹਮਲਾ ਕਰਦਾ ਤਾਂ ਜਿਹੜਾ ਰਸ਼ੀਅਨ ਕਿੰਗ ਅਲੈਗਜ਼ੈਂਡਰ ਆ ਹੀ ਵਿਲ ਗੋਇੰਗ ਟੂ ਸਪੋਰਟ ਨੈਪੋਲੀਅਨ। ਠੀਕ ਹੈ, ਉਹ ਨੈਪੋਲੀਅਨ ਦੀ ਮਦਦ ਕਰੂ। ਸੋ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਜਾਂ ਈਸਟ ਇੰਡੀਆ ਕੰਪਨੀ ਜਿਹੜੀ ਇੰਡੀਆ 'ਚ ਰੂਲ ਕਰ ਰਹੀ ਸੀ ਉਸ ਸਮੇਂ, ਉਹਨਾਂ ਦਾ ਜਿਹੜਾ ਡਰ ਸੀ ਨੈਪੋਲੀਅਨ ਵਾਲਾ ਉਹ ਹੋਰ ਵੱਧ ਗਿਆ। ਸੋ ਉਸ ਚੀਜ਼ ਨੂੰ ਦੇਖਦੇ ਹੋਏ, ਕਿਉਂਕਿ ਤੁਹਾਨੂੰ ਪਤਾ ਕਿ ਜਿਹੜਾ ਰੂਟ ਆ ਇੰਡੀਆ ਦੇ ਵਿੱਚ ਐਂਟਰ ਕਰਨ ਦਾ ਉਹ ਪੰਜਾਬ ਦੇ ਰਾਹੀਂ ਆ, ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਬ੍ਰਿਟਿਸ਼ ਹਕੂਮਤ ਨੇ ਉਸ ਸਮੇਂ ਦੇ ਗਵਰਨਰ ਜਨਰਲ ਲਾਰਡ ਮਿੰਟੋ ਨੇ ਚਾਰਲਸ ਮੈਟਕਾਫ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ 'ਚ ਭੇਜਿਆ, ਸੋ ਦੈਟ ਮਹਾਰਾਜਾ ਰਣਜੀਤ ਸਿੰਘ ਆ ਜਿਹੜਾ ਉਹ ਨੈਪੋਲੀਅਨ ਦੇ ਹਮਲੇ ਦੇ ਵਿਰੁੱਧ ਬ੍ਰਿਟਿਸ਼ ਹਕੂਮਤ ਦੀ ਸਪੋਰਟ ਕਰਨ ਦੇ ਲਈ ਰਾਜੀ ਹੋ ਜਾਵੇ। ਠੀਕ ਹੈ। ਅਲੈਗਜ਼ੈਂਡਰ 1807 ਰਸ਼ੀਆ ਟੂ ਸਪੋਰਟ ਨੈਪੋਲੀਅਨਸ ਅਟੈਕ ਓਵਰ ਇੰਡੀਆ। ਚਲੋ ਇਹ ਮੈਂ ਤੁਹਾਨੂੰ ਦੱਸਤਾ। ਇਸ ਮਿਸ਼ਨ ਦੇ ਵਿੱਚ ਏਮ ਕੀ ਸੀ? ਅੰਡਰ ਦਿਸ ਮਿਸ਼ਨ ਬ੍ਰਿਟਿਸ਼ਰਸ ਵਾਂਟਡ ਮਹਾਰਾਜਾ ਟੂ ਸਪੋਰਟ them ਇਨ ਕੇਸ ਆਫ ਐਨੀ ਅਟੈਕ ਬਾਏ ਨੈਪੋਲੀਅਨ। ਜੇ ਨੈਪੋਲੀਅਨ ਕਿਸੇ ਤਰ੍ਹਾਂ ਦਾ ਹਮਲਾ ਕਰਦਾ ਭਾਰਤ ਦੇ ਉੱਪਰ ਤਾਂ ਉਸ ਕੇਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬ੍ਰਿਟਿਸ਼ ਹਕੂਮਤ ਦਾ ਸਾਥ ਦੇਣ। ਠੀਕ ਹੈ ਜੀ। ਇਹ ਇਹਨਾਂ ਨੇ ਆਪਣਾ ਏਮ ਰੱਖਿਆ ਸੀ, ਇਹਦੇ ਲਈ ਮਿਸ਼ਨ ਲਿਆਂਦਾ ਸੀ। ਬਟ ਮਹਾਰਾਜਾ ਰਣਜੀਤ ਸਿੰਘ ਜੀ ਤੁਹਾਨੂੰ ਪਤਾ ਕਿ ਇੱਕ ਵਾਈਜ਼ ਐਡਮਿਨਿਸਟ੍ਰੇਟਰ ਸੀ, ਉਹਨਾਂ ਨੇ ਦੇਖਿਆ ਕਿ ਬ੍ਰਿਟਿਸ਼ ਹਕੂਮਤ ਨੂੰ ਮੇਰੀ ਲੋੜ ਆ, ਤਾਂ ਉਹਨਾਂ ਨੇ ਇਹ ਦੇਖਿਆ ਕਿ ਇੱਕ ਓਪੋਰਚੁਨਿਟੀ ਆ ਉਹਨਾਂ ਦੇ ਲਈ ਕੁਝ ਬਾਰਗੇਨ ਕਰਨ ਦੀ। ਮਤਲਬ ਉਹਨਾਂ ਨੇ ਆਪਣੀਆਂ ਡਿਮਾਂਡਸ ਵੀ ਰੱਖੀਆਂ। ਉਹ ਡਿਮਾਂਡਸ ਕੀ ਸੀ? ਉਹਨਾਂ ਨੇ ਡਿਮਾਂਡ ਰੱਖੀਆਂ, ਕਹਿੰਦੇ ਇੰਟਾਇਰ ਪੰਜਾਬ ਇਨਕਲੂਡਿੰਗ ਮਾਲਵਾ। ਮਾਲਵਾ ਜਿਹੜਾ ਸਾਡਾ ਮਾਡਰਨ ਡੇ ਮੱਧ ਪ੍ਰਦੇਸ਼ ਜਾਂ ਕੁਝ ਸਾਡੇ ਕੋਲੇ ਮਹਾਰਾਸ਼ਟਰ ਦਾ ਇਲਾਕੇ ਦੇ ਵਿੱਚ ਆਪਾਂ ਪੈਂਦਾ, ਉਸ ਕਹਿੰਦੇ ਪੂਰੇ ਇਲਾਕੇ ਨੂੰ ਇੰਟਾਇਰ ਪੰਜਾਬ ਇਨਕਲੂਡਿੰਗ ਮਾਲਵਾ ਟੂ ਬੀ ਕੈਪਟ ਅੰਡਰ ਸਿੱਖ ਰਾਜ ਵਿਦਾਊਟ ਐਨੀ ਬ੍ਰਿਟਿਸ਼ ਇਨਵੋਲਵਮੈਂਟ। ਠੀਕ ਹੈ। ਕਹਿੰਦੇ ਜਿਹੜਾ ਪੂਰਾ ਖੇਤਰ ਆ ਉਹ ਮਹਾਰਾਜਾ ਰਣਜੀਤ ਸਿੰਘ ਜਾਂ ਸਿੱਖ ਅੰਪਾਇਰ ਦੇ ਅੰਡਰ ਹੋਵੇ, ਉੱਥੇ ਬ੍ਰਿਟਿਸ਼ ਗਵਰਨਮੈਂਟ ਕਿਸੇ ਤਰ੍ਹਾਂ ਦੀ ਇੰਟਰਫੇਰੈਂਸ ਨਾ ਕਰੇ। ਦੂਸਰਾ ਕਹਿੰਦੇ ਇਨ ਕੇਸ ਆਫ ਐਨੀ ਵਾਰ ਬਿਟਵੀਨ ਸਿੱਖਸ ਐਂਡ ਅਫਗਾਨਸ। ਕਿਉਂਕਿ ਇਸ ਸਮੇਂ ਤੱਕ ਆਉਂਦੇ ਇਸ ਤੋਂ ਪਹਿਲਾਂ 1800 'ਚ ਆਪਾਂ ਗੱਲ ਕੀਤੀ ਹੈ, ਮਹਾਰਾਜਾ ਰਣਜੀਤ ਸਿੰਘ ਤੇ ਸ਼ਾਹ ਜਮਾਨ ਦੇ ਵਿੱਚ ਰਿਲੇਸ਼ਨ ਬਹੁਤ ਵਧੀਆ ਸੀ। ਬਟ 1807-8 ਤੱਕ ਪਹੁੰਚਦੇ ਹੋਏ ਜਿਹੜੇ ਇਹਨਾਂ ਦੇ ਰਿਲੇਸ਼ਨ ਨੇ ਪੰਜਾਬ ਤੇ ਅਫਗਾਨੀਆਂ ਦੇ, ਉਹ ਰਿਲੇਸ਼ਨ ਥੋੜ੍ਹੇ ਜਿਹੇ ਖਰਾਬ ਹੋ ਗਏ ਸੀ। ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਜੇ ਕੱਲ੍ਹ ਨੂੰ ਪੰਜਾਬ ਜਾਂ ਸਿੱਖ ਫੋਰਸਿਸ ਨੇ ਜਿਹੜੀਆਂ ਉਹ ਅਫਗਾਨਸ ਦੇ ਉੱਪਰ ਅਟੈਕ ਕਰਦੀਆਂ ਨੇ ਜਾਂ ਉਹਨਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਯੁੱਧ ਹੁੰਦਾ ਤਾਂ ਉਸ ਕੇਸ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਇੰਟਰਫੇਅਰ ਨਾ ਕਰੇ। ਠੀਕ ਹੈ ਜੀ। ਇਹ ਦੋ ਕੰਡੀਸ਼ਨਸ ਮਹਾਰਾਜਾ ਰਣਜੀਤ ਸਿੰਘ ਨੇ ਰੱਖੀਆਂ ਕਿ ਜੇ ਤੁਸੀਂ ਮੇਰੀਆਂ ਇਹ ਦੋ ਗੱਲਾਂ ਮੰਨ ਲਓਗੇ ਤਾਂ ਮੈਂ ਨੈਪੋਲੀਅਨ ਦੇ ਅਟੈਕ ਦੇ ਵਿਰੁੱਧ ਤੁਹਾਡਾ ਸਾਥ ਦੇਣ ਦੇ ਲਈ ਰਾਜ਼ੀ ਹਾਂ। ਠੀਕ ਹੈ ਜੀ। ਬਟ ਕਿਉਂਕਿ ਦੋਨਾਂ ਦੀਆਂ ਆਪਣੀਆਂ ਡਿਮਾਂਡਸ ਸੀ, ਦੋਨਾਂ ਨੇ ਆਪਣੀਆਂ ਡਿਮਾਂਡਸ ਤੋਂ ਪਿੱਛੇ ਕੋਈ ਵੀ ਨਹੀਂ ਹਟਿਆ, ਜਿਹਦੇ ਕਰਕੇ ਜਿਹੜਾ ਮੈਟਕਾਫ ਮਿਸ਼ਨ 1 ਆ ਇਹ ਫੇਲ ਹੋ ਗਿਆ। ਠੀਕ ਹੈ ਜੀ। ਇਹਦੇ ਕੋਈ ਸਕਸੈਸਫੁਲ ਰਿਜ਼ਲਟ ਇਹਦੇ ਨਹੀਂ ਨਿਕਲੇ। ਸੋ ਇਹ ਅਸੀਂ ਫੇਜ਼ 1 ਪੜ੍ਹ ਲਿਆ, ਦੇਖਿਆ ਅਸੀਂ ਕਿਵੇਂ ਬ੍ਰਿਟਿਸ਼ ਗਵਰਨਮੈਂਟ ਦੀਆਂ ਜਿਹੜੀਆਂ ਜ਼ਰੂਰਤਾਂ ਸੀ ਜਾਂ ਉਹਨਾਂ ਨੂੰ ਕਹਿ ਲਓ ਜਿਨ੍ਹਾਂ ਕਾਰਨਾਂ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਸਾਥ ਦੀ ਲੋੜ ਸੀ, ਉਹਨਾਂ ਕਾਰਨਾਂ ਬਾਰੇ ਆਪਾਂ ਪੜ੍ਹ ਲਿਆ। ਉਹਨਾਂ ਦੇ ਲਈ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਗੇਨ ਕਰਨ ਦੇ ਲਈ, ਉਹਨਾਂ ਦੀ ਸਪੋਰਟ ਗੇਨ ਕਰਨ ਦੇ ਲਈ ਕਿਹੜੇ ਮਿਸ਼ਨ ਪੰਜਾਬ 'ਚ ਭੇਜੇ, ਉਹਨਾਂ ਬਾਰੇ ਆਪਾਂ ਪੜ੍ਹ ਲਿਆ ਤੇ ਉਹਨਾਂ ਦਾ ਕੀ ਰਿਜ਼ਲਟ ਰਿਹਾ, ਉਹਨਾਂ ਪਿੱਛੇ ਕਾਰਨ ਕੀ ਸੀ, ਉਹ ਸਾਰੇ ਪੜ੍ਹ ਲਏ। ਇੱਥੇ ਸਾਡਾ ਫੇਜ਼ 1 ਆ ਜਿਹੜਾ ਉਹ ਕੰਪਲੀਟ ਹੋ ਜਾਂਦਾ। ਤੇ ਇਹਨੂੰ ਅਸੀਂ ਬੇਸਿਕਲੀ ਇਹ ਦੇਖਦੇ ਹਾਂ ਕਿ ਇਸ ਫੇਜ਼ ਦੇ ਦੌਰਾਨ
ਜਿਹੜੀਆਂ ਜ਼ਰੂਰਤਾਂ ਸੀ ਉਹ ਬ੍ਰਿਟਿਸ਼ ਗਵਰਨਮੈਂਟ ਦੀਆਂ ਸੀ ਮਹਾਰਾਜਾ ਰਣਜੀਤ ਸਿੰਘ ਜੀ ਨਾਲੋਂ ਜ਼ਿਆਦਾ। ਮਤਲਬ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਜ਼ਰੂਰਤ ਸੀ ਬ੍ਰਿਟਿਸ਼ ਹਕੂਮਤ ਦੇ ਨਾਲ ਫਰੈਂਡਲੀ ਰਿਲੇਸ਼ਨਸ ਰੱਖਣ ਦੀ ਉਹ ਘੱਟ ਸੀ, ਬਟ ਬ੍ਰਿਟਿਸ਼ ਗਵਰਨਮੈਂਟ ਨੂੰ ਜ਼ਿਆਦਾ ਜ਼ਰੂਰਤ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਾਥ ਦੀ ਇਸ ਫੇਜ਼ ਦੇ ਦੌਰਾਨ। ਬਟ ਜਿਹੜਾ ਫੇਜ਼ 2 ਆ ਉਹਦੇ 'ਚ ਫੇਜ਼ 1 ਤੋਂ ਉਲਟ ਹੋਇਆ, ਆਪੋਜ਼ਿਟ ਹੋਇਆ। ਇੱਥੇ ਬ੍ਰਿਟਿਸ਼ ਹਕੂਮਤ ਨਾਲੋਂ ਜ਼ਿਆਦਾ ਜਿਹੜੀ ਲੋੜ ਸੀ ਫਰੈਂਡਲੀ ਰਿਲੇਸ਼ਨਸ ਦੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਸੀ। ਉਹਦੇ ਕੀ ਕਾਰਨ ਨੇ? Second phase 1809 to 1839, here Maharaja Ranjit Singh tried to avoid any conflict with Britishers and wanted friendly relations। ਠੀਕ ਹੈ, ਉਹ ਕਿਸੇ ਤਰ੍ਹਾਂ ਦਾ ਕਨਫਲਿਕਟ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਨਹੀਂ ਚਾਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ, ਤੇ ਉਹਨਾਂ ਨਾਲ ਆਪਣੇ ਰਿਲੇਸ਼ਨਸ ਨੂੰ ਫਰੈਂਡਲੀ ਰੱਖਣਾ ਚਾਹੁੰਦੇ ਸੀ। ਉਹਦੇ ਕਾਰਨ ਕੀ ਨੇ? ਉਹਦੇ ਪਿੱਛੇ ਵੀ ਕੁਝ ਕਾਰਨ ਹੋਣਗੇ। ਸਭ ਤੋਂ ਜਿਹੜਾ ਪਹਿਲਾ ਕਾਰਨ ਆ ਉਹ ਇਹ ਹੈ ਜੀ, ਜਿਹੜਾ ਪਹਿਲੇ ਫੇਜ਼ ਦੇ ਵਿੱਚ ਇੱਕ ਡਿਫਾਈਨਿੰਗ ਰੀਜ਼ਨ ਸੀ ਉਹ ਕਿਹੜਾ ਸੀ? ਰਾਈਜ਼ ਆਫ ਨੈਪੋਲੀਅਨ ਜਾਂ ਨੈਪੋਲੀਅਨ ਦਾ ਥ੍ਰੈਟ ਜਿਹੜਾ ਭਾਰਤ ਦੇ ਉੱਪਰ ਹਮਲੇ ਨੂੰ ਲੈ ਕੇ ਬਣਿਆ ਹੋਇਆ ਸੀ। 1808-9 ਤੱਕ ਪਹੁੰਚਦੇ ਹੋਏ ਜਿਹੜਾ ਨੈਪੋਲੀਅਨ ਦਾ ਥ੍ਰੈਟ ਆ ਉਹ ਘਟ ਗਿਆ। ਸੋ ਬ੍ਰਿਟਿਸ਼ ਹਕੂਮਤ ਨੂੰ ਜਿਹੜਾ ਡਰ ਸੀ ਨੈਪੋਲੀਅਨ ਦੇ ਅਟੈਕ ਦਾ ਉਹ ਡਰ ਖਤਮ ਹੋ ਗਿਆ, ਤੇ ਉਸ ਡਰ ਦੇ ਲਈ ਹੀ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਾਥ ਦੀ ਲੋੜ ਸੀ। ਸੋ ਜੇ ਉਹ ਡਰ ਹੀ ਖਤਮ ਹੋ ਗਿਆ, ਉਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਨੈਪੋਲੀਅਨ ਅਟੈਕ ਨਹੀਂ ਕਰੂਗਾ, ਤਾਂ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਾਥ ਦੀ ਉਨੀ ਲੋੜ ਨਹੀਂ ਹੈ। ਕਿਉਂਕਿ ਏਮ ਤਾਂ ਬ੍ਰਿਟਿਸ਼ ਗਵਰਨਮੈਂਟ ਦਾ ਵੀ ਇਹੀ ਸੀ ਨਾ ਕਿ ਉਹ ਪੰਜਾਬ ਨੂੰ ਅਨੈਕਸ ਕਰ ਲੈਣ। ਸੋ ਹੁਣ ਉਹਨਾਂ ਦਾ ਜਿਹੜਾ ਬਾਹਰਲਾ ਖਤਰਾ ਸੀ ਉਹ ਘਟ ਗਿਆ। ਸੋ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਫਰੈਂਡਲੀ ਰਿਲੇਸ਼ਨ ਰੱਖਣ ਦੀ ਉਹਨਾਂ ਨੂੰ ਕੋਈ ਖਾਸ ਲੋੜ ਨਹੀਂ ਸੀ। ਠੀਕ ਹੈ ਜੀ। ਇਹ ਥ੍ਰੈਟ ਕਿਉਂ ਘਟਿਆ? ਕਿਉਂਕਿ ਇਸ ਟਾਈਮ ਤੇ ਪਹੁੰਚਦੇ 1808-9 ਦੇ ਵਿੱਚ ਪਹਿਲੀ ਗੱਲ ਤਾਂ ਜਿਹੜਾ ਨੈਪੋਲੀਅਨ ਦਾ ਉਹਦੀ ਜਿਹੜੀਆਂ ਕਨਫਲਿਕਟਸ ਨੇ ਜਾਂ ਜਿਹੜੀਆਂ ਉਹਦੀਆਂ ਇੰਗੇਜਮੈਂਟਸ ਨੇ ਯੂਰਪ ਦੇ ਵਿੱਚ ਉਹ ਵੱਧ ਗਈਆਂ। ਮਤਲਬ ਉੱਥੇ ਯੂਰਪ ਦੇ ਵਿੱਚ ਕੁਝ ਲੜਾਈਆਂ ਹੋਈਆਂ, ਨੈਪੋਲੀਅਨ ਉਹਨਾਂ ਲੜਾਈਆਂ ਦੇ ਵਿੱਚ ਹੀ ਫਸ ਗਿਆ। ਠੀਕ ਹੈ ਜੀ। ਦੂਸਰਾ ਤੁਸੀਂ ਪੜ੍ਹਿਆ ਹੋਣਾ ਸਾਰਿਆਂ ਨੇ 1815 ਦੇ ਵਿੱਚ ਬੈਟਲ ਆਫ ਵਾਟਰਲੂ ਹੁੰਦੀ ਹੈ, ਜਿੱਥੇ ਜਿਹੜੀਆਂ ਬ੍ਰਿਟਿਸ਼ ਫੋਰਸਿਸ ਨੇ ਉਹ ਨੈਪੋਲੀਅਨ ਨੂੰ ਉੱਥੇ ਹਰਾ ਦਿੰਦੀਆਂ ਨੇ। ਠੀਕ ਹੈ। ਸੋ ਨੈਪੋਲੀਅਨ ਦੀ ਜਿਹੜੀ ਪਾਵਰ ਆ ਜੇ ਇੱਥੇ ਤੱਕ ਆਉਂਦੇ ਘਟ ਗਈ ਸੀ, ਜਿਹਦੇ ਕਰਕੇ ਉਹ ਭਾਰਤ ਦੇ ਲਈ ਕੋਈ ਖਤਰਾ ਨਹੀਂ ਰਿਹਾ। ਨੈਪੋਲੀਅਨ ਵਾਜ਼ ਨੋ ਮੋਰ ਅ ਥ੍ਰੈਟ ਫॉर ਇੰਡੀਆ ਇੱਥੇ ਡਿਊ ਟੂ ਦ ਯੂਰਪੀਅਨ ਕਨਫਲਿਕਟਸ ਐਂਡ ਬੈਟਲ ਆਫ ਵਾਟਰਲੂ ਇਨ 1815। ਦੂਜੀ ਆਪਾਂ ਗੱਲ ਕਰੀਏ, ਸਿੱਖ ਚੀਫਸ ਆਫ ਮਾਲਵਾ ਟਰਨਡ ਹੋਸਟਾਈਲ ਟੂਵਰਡਸ ਮਹਾਰਾਜਾ। ਜਿਹੜਾ ਸਾਡਾ ਸਤਲੁਜ ਤੋਂ ਨੀਚੇ ਵਾਲਾ ਜਿਹੜਾ ਪੰਜਾਬ ਦਾ ਮਾਲਵਾ ਇਲਾਕਾ, ਉੱਥੋਂ ਦੇ ਜਿਹੜੇ ਸਿੱਖ ਚੀਫ ਸੀ, ਆਪਾਂ ਪੜ੍ਹਿਆ ਸੀ ਨਾ, ਫੂਲਕੀਆਂ ਮਿਸਲ, ਪਟਿਆਲਾ, ਨਾਭਾ, ਜੀਂਦ ਵਾਲੇ ਜਿਹੜੇ ਸਰਦਾਰ ਨੇ, ਕਿਉਂਕਿ ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ 3 ਵਾਰ ਕੋਸ਼ਿਸ਼ ਕੀਤੀ 1806, 7 ਤੇ 8 ਲਗਾਤਾਰ 3 ਸਾਲ ਉਹ ਮਾਲਵਾ ਵਾਲਾ ਰੀਜਨ ਆ ਜਿਹੜਾ ਫੂਲਕੀਆਂ ਮਿਸਲ ਦੇ ਕਬਜ਼ੇ 'ਚ ਇਲਾਕਾ ਸੀ ਜਿਹੜਾ, ਉੱਥੇ ਉਹਨਾਂ ਨੇ ਇੰਟਰਫੇਰੈਂਸ ਕੀਤੀ। ਪਹਿਲੀ ਵਾਰ ਆਪਣੇ ਕੋਲੇ ਜਿਵੇਂ ਕਹਿ ਲਓ ਨਾਭੇ ਦਾ ਜਿਹੜਾ ਨਾਭੇ ਦਾ ਸਰਦਾਰ ਸੀ ਉਹਨੇ ਇਨਵਾਈਟ ਕੀਤਾ। ਦੂਸਰੀ ਵਾਰ ਆਸ ਕੌਰ ਸੀ ਜਿਹੜੇ ਉੱਥੇ ਸਾਹਿਬ ਕੌਰ ਦੀ ਵਾਈਫ, ਉਹਨਾਂ ਨੇ ਇਨਵਾਈਟ ਕੀਤਾ। ਸੋ ਮਹਾਰਾਜਾ ਰਣਜੀਤ ਸਿੰਘ ਨੇ ਉੱਥੋਂ ਦੇ ਜਿਹੜੇ ਸਰਦਾਰਾਂ ਨੂੰ ਆਪਣੀ ਡੋਮੀਨੀਅਨਸ ਦੇ ਅੰਡਰ ਲਿਆਂਦਾ ਸੀ। ਠੀਕ ਹੈ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਜਿਹੜੇ ਲੋਕਲ ਸਰਦਾਰ ਸੀ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਹੋ ਗਏ ਸੀ, ਕਿਉਂਕਿ ਉਹਨਾਂ ਨੂੰ ਲੱਗ ਗਿਆ ਸੀ ਕਿ ਪਤਾ ਲੱਗ ਗਿਆ ਸੀ ਕਿ ਸਾਡੀ ਟੈਰੀਟਰੀ ਵੀ ਆਪਣੇ 'ਚ ਰਲਾਉਣ ਦੀ ਕੋਸ਼ਿਸ਼ ਕਰ ਰਿਹਾ, ਜਿਹਦੇ ਕਰਕੇ ਜਿਹੜੇ ਉੱਥੋਂ ਦੇ ਚੀਫ ਸੀ, ਉੱਥੋਂ ਦੇ ਸਰਦਾਰ ਸੀ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਥਾਂ ਤੇ ਬ੍ਰਿਟਿਸ਼ ਹਕੂਮਤ ਦਾ ਸਾਥ ਦੇਣਾ ਸ਼ੁਰੂ ਕਰਤਾ। ਠੀਕ ਹੈ। ਸੋ ਇੱਥੇ ਜੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਕੋਈ ਲੜਾਈ ਹੁੰਦੀ ਆ ਬ੍ਰਿਟਿਸ਼ ਗਵਰਨਮੈਂਟ ਦੇ ਨਾਲ, ਤਾਂ ਜਿਹੜੇ ਮਾਲਵਾ, ਪੰਜਾਬ ਦਾ ਮਾਲਵਾ ਰੀਜਨ ਆ, ਉੱਥੋਂ ਦੇ ਜਿਹੜੇ ਉਸ ਸਮੇਂ ਦੇ ਚੀਫ ਸੀ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਾਥ ਨਹੀਂ ਦੇਣਾ ਸੀ। ਠੀਕ ਹੈ। ਉਹ ਚੀਜ਼ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਭਲੀ ਭਾਂਤ ਸਮਝ ਆ ਚੁੱਕੀ ਸੀ। ਠੀਕ ਹੈ। Sikh chiefs of Malwa turned hostile towards Maharaja, then growing dominance of Britishers, example Sindh। ਤੇ ਇਹਦੇ ਬਾਅਦ ਆਪਣੇ ਕੋਲੇ ਬ੍ਰਿਟਿਸ਼ ਹਕੂਮਤ ਦਾ ਜਿਹੜਾ ਡੋਮੀਨੈਂਸ ਆ ਭਾਰਤ ਦੇ ਵਿੱਚ ਉਹ ਵੱਧ ਰਿਹਾ ਸੀ। ਸੋ ਉਹਨਾਂ ਚੀਜ਼ਾਂ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਸੋਚਿਆ ਕਿ ਮੈਨੂੰ ਬ੍ਰਿਟਿਸ਼ ਹਕੂਮਤ ਦੇ ਨਾਲ ਡਾਇਰੈਕਟ ਕਨਫਲਿਕਟ ਦੇ ਵਿੱਚ ਨਹੀਂ ਆਉਣਾ ਚਾਹੀਦਾ, ਤੇ ਜਿੰਨਾ ਸਮਾਂ ਹੋ ਸਕਦਾ ਆਪਣੇ ਅੰਪਾਇਰ ਨੂੰ ਇੰਟੈਕਟ ਰੱਖਣ ਦੇ ਲਈ ਮੈਨੂੰ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਫਰੈਂਡਲੀ ਰਿਲੇਸ਼ਨਸ ਨੂੰ ਮੇਨਟੇਨ ਕਰਕੇ ਰੱਖਣਾ ਚਾਹੀਦਾ। ਠੀਕ ਹੈ ਜੀ। ਚਲੋ, ਇਹਦੇ ਦੌਰਾਨ ਕਿਹੜੀਆਂ ਮੇਜਰ ਇਵੈਂਟਸ ਹੁੰਦੀਆਂ ਨੇ? ਫਸਟ, ਮੈਟਕਾਫ ਮਿਸ਼ਨ 2। ਜਿਵੇਂ ਆਪਾਂ ਪਹਿਲਾਂ ਮੈਟਕਾਫ ਮਿਸ਼ਨ 1 ਪੜ੍ਹਿਆ, ਉਸੇ ਤਰ੍ਹਾਂ ਮੈਟਕਾਫ ਮਿਸ਼ਨ 2 ਇਸ ਟਾਈਮ ਦੌਰਾਨ ਆਉਂਦਾ। ਇਹਦੇ 'ਚ ਕੀ ਸੀ? ਦਸੰਬਰ 1808 ਦੇ ਵਿੱਚ ਇਹ ਮਿਸ਼ਨ ਆਉਂਦਾ, ਕਿਉਂਕਿ ਇੱਥੇ ਮੈਂ ਤੁਹਾਨੂੰ ਦੱਸਿਆ ਕਿ ਬ੍ਰਿਟਿਸ਼ ਗਵਰਨਮੈਂਟ ਨੂੰ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਸਾਥ ਦੀ ਬਹੁਤੀ ਲੋੜ ਨਹੀਂ ਸੀ। ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਆ ਜਿਹੜਾ ਉਹ ਆਪਣੇ ਅੰਪਾਇਰ ਨੂੰ ਲਗਾਤਾਰ ਵਧਾ ਰਿਹਾ ਸੀ, ਮਿਸਲਾਂ ਨੂੰ ਵੀ ਰਲਾ ਰਿਹਾ ਸੀ, ਪਲੱਸ ਜਿਹੜਾ ਨਾਰਥ ਵੈਸਟ ਵਾਲਾ ਇਲਾਕਾ, ਪੇਸ਼ਾਵਰ ਵਾਲਾ, ਕਸ਼ਮੀਰ ਵਾਲਾ, ਮੁਲਤਾਨ ਵਾਲਾ, ਉਹਨੂੰ ਵੀ ਆਪਣੇ 'ਚ ਰਲਾ ਰਿਹਾ ਸੀ। ਸੋ ਮਹਾਰਾਜਾ ਰਣਜੀਤ ਸਿੰਘ ਦੇ ਐਕਸਟੈਂਸ਼ਨ ਨੂੰ ਰੋਕਣ ਦੇ ਲਈ ਬ੍ਰਿਟਿਸ਼ ਗਵਰਨਮੈਂਟ ਨੇ ਮੈਟਕਾਫ ਮਿਸ਼ਨ ਭੇਜਿਆ, ਸੋ ਦੈਟ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਦੇ ਐਕਸਟੈਂਸ਼ਨ ਤੋਂ ਰੋਕ ਸਕਣ, ਉਹਨਾਂ ਦੇ ਉੱਪਰ ਰਿਸਟ੍ਰਿਕਸ਼ਨਸ ਇੰਪੋਜ਼ ਕਰ ਸਕਣ। ਠੀਕ ਹੈ ਜੀ। ਟੂ ਕੀਪ ਅ ਚੈੱਕ ਔਨ ਰਣਜੀਤ ਸਿੰਘਸ ਐਕਟੀਵਿਟੀਜ਼, ਬਟ ਬਿਕੋਜ਼ ਆਫ ਰਣਜੀਤ ਸਿੰਘਸ ਨਾਨ ਐਕਸੈਪਟੈਂਸ, ਬਟ ਮਹਾਰਾਜਾ ਰਣਜੀਤ ਸਿੰਘ ਨੇ
ਉਹਦੀਆਂ ਜਿਹੜੀਆਂ ਉਹਨਾਂ ਦੇ ਉੱਪਰ ਰਿਸਟ੍ਰਿਕਸ਼ਨਸ ਲਾ ਰਹੇ ਸੀ ਵੀ ਤੁਸੀਂ ਆਪਣੇ ਐਮਪਾਇਰ ਨੂੰ ਹੋਰ ਜ਼ਿਆਦਾ ਐਕਸਟੈਂਡ ਨਹੀਂ ਕਰਨਾ, ਜਿਹੜੀਆਂ ਟੈਰੀਟਰੀਜ਼ ਤੁਹਾਡੇ ਕੋਲ ਹੈ ਉਹਨਾਂ ਤੋਂ ਬਿਨਾਂ ਹੋਰ ਟੈਰੀਟਰੀਜ਼ ਨੂੰ ਅਕਵਾਇਰ ਨਹੀਂ ਕਰਨਾ, ਮਤਲਬ ਇਦਾਂ ਦੀਆਂ ਰਿਸਟ੍ਰਿਕਸ਼ਨਸ ਲਾ ਰਹੇ ਸੀ। ਪਰ ਮਹਾਰਾਜਾ ਰਣਜੀਤ ਸਿੰਘ ਨੇ ਉਹ ਜਿਹੜੀਆਂ ਉਹਨਾਂ ਦੀਆਂ ਕੰਡੀਸ਼ਨ ਸੀ ਉਹਨਾਂ ਨੂੰ ਨਾ ਮੰਨਿਆ, ਜਿਹਦੇ ਕਰਕੇ ਜਿਹੜਾ ਮੈਟਕਾਫ ਮਿਸ਼ਨ 2 ਆ ਇਹ ਵੀ ਫੇਲ ਹੋ ਗਿਆ। ਇਹਦੇ ਨਾਲ ਕੀ ਹੋਇਆ, ਕਿਉਂਕਿ ਦੋਨੋਂ ਸਾਈਡਸ ਅੜੀਆਂ ਰਹੀਆਂ ਤਾਂ ਇੱਕ ਵਾਰ ਲਾਈਕ ਸਿਚੁਏਸ਼ਨ ਆ ਜਿਹੜੀ ਇਮਰਜ ਹੋ ਗਈ। ਬ੍ਰਿਟਿਸ਼ ਗਵਰਨਮੈਂਟ ਨੇ ਆਪਣੀਆਂ ਫੋਰਸਿਸ ਪੰਜਾਬ ਦੇ ਵਿੱਚ ਲੁਧਿਆਣਾ ਵਿੱਚ ਭੇਜਣੀਆਂ ਸ਼ੁਰੂ ਕਰਤੀਆਂ। ਲੁਧਿਆਣਾ ਦੇ ਵਿੱਚ ਉਹਨਾਂ ਨੇ ਇੱਕ ਆਪਣੀ ਛੋਟੀ ਜਿਹੀ ਟੁਕੜੀ ਫੋਰਸ ਦੀ ਭੇਜਤੀ। ਉੱਥੇ ਅਕਾਲੀਆਂ ਦੇ ਨਾਲ ਉਹਨਾਂ ਦੀ ਥੋੜ੍ਹੀ ਬਹੁਤ ਲੜਾਈ ਵੀ ਹੋਈ, ਜਿਹਦੇ ਕਰਕੇ ਬ੍ਰਿਟਿਸ਼ ਫੋਰਸਿਸ ਨੇ ਉੱਥੋਂ ਦੇ ਲੋਕਲ ਅਕਾਲੀ ਲੀਡਰਸ ਨੂੰ ਉਹਨਾਂ ਨੇ ਹਰਾਤਾ। ਠੀਕ ਹੈ ਜੀ। ਉਸੇ ਤਰ੍ਹਾਂ ਆਪਣੇ ਕੋਲੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਦੇਖ ਲਿਆ ਸੀ ਕਿ ਬ੍ਰਿਟਿਸ਼ ਫੋਰਸਿਸ ਆ ਰਹੀਆਂ ਨੇ, ਉਹਨਾਂ ਨੇ ਵੀ ਆਪਣੀਆਂ ਫੋਰਸਿਸ ਨੂੰ ਤਿਆਰ ਕਰਨਾ ਸ਼ੁਰੂ ਕਰਤਾ ਕਿ ਕਿਸੇ ਵੀ ਸਮੇਂ ਸਾਡੀ ਬ੍ਰਿਟਿਸ਼ ਹਕੂਮਤ ਦੇ ਨਾਲ ਲੜਾਈ ਹੋ ਸਕਦੀ ਆ। ਠੀਕ ਹੈ। ਬਟ ਉਹਦੇ ਬਾਅਦ ਕੀ ਹੁੰਦਾ, ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਦਰ ਇਨ ਲਾਅ ਸੀ ਸਦਾ ਕੌਰ, ਉਹਨਾਂ ਨੇ ਐਡਵਾਈਜ਼ ਕੀਤਾ, ਪਲੱਸ ਕੁਝ ਹੋਰ ਜਿਹੜੇ ਉਹਨਾਂ ਦੇ ਐਡਵਾਈਜ਼ਰ ਸੀ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਐਡਵਾਈਜ਼ ਕੀਤਾ ਕਿ ਸਾਨੂੰ ਲੜਾਈ ਨਾਲੋਂ ਜ਼ਿਆਦਾ ਬੈਟਰ ਇਹ ਹੈ ਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਆਪਾਂ ਚੱਲੀਏ, ਆਪਣਾ ਜਿਹੜਾ ਅੰਪਾਇਰ ਆ ਉਹਨੂੰ ਆਪਾਂ ਇੰਟੈਕਟ ਰੱਖੀਏ, ਕਿਉਂਕਿ ਬ੍ਰਿਟਿਸ਼ ਫੋਰਸਿਸ ਸਾਡੇ ਨਾਲੋਂ ਬਹੁਤ ਜ਼ਿਆਦਾ ਸਟਰੋਂਗ ਨੇ, ਉਹਨਾਂ ਕੋਲੇ ਸੋਫਿਸਟੀਕੇਟਡ ਵੈਪਨਸ ਨੇ। ਸੋ ਜੇ ਸਾਡਾ ਕਨਫਲਿਕਟ ਉਹਨਾਂ ਦੇ ਨਾਲ ਹੁੰਦਾ ਤਾਂ 1-2 ਸਾਲਾਂ ਦੇ ਵਿੱਚ ਜਾਂ 2-4 ਸਾਲਾਂ ਦੇ ਵਿੱਚ ਉਹ ਸਾਡੇ ਅੰਪਾਇਰ ਨੂੰ ਆਪਣੇ ਵਿੱਚ ਰਲਾ ਲੈਣਗੇ। ਸਾਡੀਆਂ ਫੋਰਸਿਸ ਉਨੀਆਂ ਕੈਪੇਬਲ ਨਹੀਂ ਹੈ, ਤਾਂ ਉਹਦੇ ਨੂੰ ਵਧੀਆ ਹੈ ਕਿ ਅਸੀਂ ਸ਼ਾਂਤੀਪੂਰਵਕ ਉਹਨਾਂ ਨਾਲ ਫਰੈਂਡਲੀ ਰਿਲੇਸ਼ਨਸ ਬਣਾਈ ਰੱਖੀਏ। ਠੀਕ ਹੈ। ਸੋ ਉਹਦੇ ਕਰਕੇ ਕੀ ਹੋਇਆ, ਇਟ ਰਿਜ਼ਲਟਡ ਇਨਟੂ ਵਾਰ ਲਾਈਕ ਸਿਚੁਏਸ਼ਨ, ਬਟ ਮਹਾਰਾਜਾ ਆਪਟਡ ਟੂ ਅਵੋਇਡ ਵਾਰ ਐਂਡ ਐਗਰੀਡ ਅਪਨ ਟ੍ਰੀਟੀ ਆਫ ਅੰਮ੍ਰਿਤਸਰ। ਠੀਕ ਹੈ ਜੀ। ਇਹਦੇ ਬਾਅਦ ਟ੍ਰੀਟੀ ਆਫ ਅੰਮ੍ਰਿਤਸਰ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਚੀਜ਼ਾਂ ਦੇਖ ਕੇ ਟ੍ਰੀਟੀ ਆਫ ਅੰਮ੍ਰਿਤਸਰ ਦੇ ਤਹਿਤ ਕੁਝ ਕੰਡੀਸ਼ਨਸ ਨੂੰ ਐਕਸੈਪਟ ਕਰਨਾ ਹੀ ਠੀਕ ਸਮਝਿਆ। ਚਲੋ, ਟ੍ਰੀਟੀ ਆਫ ਅੰਮ੍ਰਿਤਸਰ 1809 'ਚ ਕੀ ਹੋਇਆ, ਬੋਥ ਸਾਈਡਸ ਟੂ ਮੇਨਟੇਨ ਕੋਰਡੀਅਲ ਰਿਲੇਸ਼ਨ, ਦੋਨਾਂ ਸਾਈਡਸ ਕਹਿੰਦੇ ਵੀ ਇੱਕ ਦੂਜੇ ਨਾਲ ਅਸੀਂ ਵਧੀਆ ਸੰਬੰਧ ਰੱਖਾਂਗੇ, ਇੱਕ ਦੂਸਰੇ ਦੀ ਟੈਰੀਟਰੀ ਦੇ ਵਿੱਚ ਇੰਟਰਫੇਅਰ ਨਹੀਂ ਕਰਾਂਗੇ। ਬਟ ਉਹਦੇ ਨਾਲ ਜਿਹੜਾ ਪੰਜਾਬ ਦਾ ਸਾਡਾ ਸਿੱਖ ਅੰਪਾਇਰ ਸੀ ਉਹਨਾਂ ਦੀ ਬਾਉਂਡਰੀ ਉਹਨਾਂ ਨੇ ਸੀਮਤ ਕਰਤੀ। ਸਤਲੁਜ ਰਿਵਰ ਵਾਸ ਡਿਕਲੇਅਰਡ ਐਜ਼ ਅ ਸਦਰਨ ਬਾਉਂਡਰੀ ਆਫ ਸਿੱਖ ਅੰਪਾਇਰ। ਇਹ ਸਾਡੇ ਕੋਲੇ ਟ੍ਰੀਟੀ ਆਫ ਅੰਮ੍ਰਿਤਸਰ ਸੀ। ਇੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਥੋੜਾ ਬਹੁਤ ਜਿਵੇਂ ਕਹਿ ਲਓ ਟੈਰੀਟੋਰੀਅਲ ਨੁਕਸਾਨ ਜ਼ਰੂਰ ਹੋਇਆ, ਉਹਨਾਂ ਦੀਆਂ ਜਿਹੜੀਆਂ ਟੈਰੀਟੋਰੀਅਲ ਐਕਸਟੈਂਸ਼ਨ ਸੀ ਉਹ ਰੋਕ ਦਿੱਤੀਆਂ ਗਈਆਂ। ਬਟ ਇਹ ਅਸੀਂ ਕਹਿ ਸਕਦੇ ਹਾਂ ਕਿ ਫਾਇਦਾ ਇਹ ਹੋਇਆ ਕਿ ਡਾਇਰੈਕਟ ਕਨਫਲਿਕਟ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਨਹੀਂ ਹੋਇਆ, ਤੇ ਜਿਹੜਾ ਪੰਜਾਬ ਦਾ ਜਿਹੜਾ ਉਹਨਾਂ ਦਾ ਸਿੱਖ ਅੰਪਾਇਰ ਆ ਉਹ ਉਸੇ ਤਰ੍ਹਾਂ ਚੱਲਦਾ ਰਿਹਾ। ਜੇ ਟ੍ਰੀਟੀ ਆਫ ਅੰਮ੍ਰਿਤਸਰ ਨਾ ਕਰਦੇ, ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਲੜਾਈ ਹੁੰਦੀ, ਤਾਂ ਹੋ ਸਕਦਾ ਸੀ ਜਿਹੜਾ ਪੰਜਾਬ ਦਾ ਸਿੱਖ ਅੰਪਾਇਰ ਆ 1809 ਤੋਂ ਲੈ ਕੇ 1839 ਤੱਕ, ਅਗਲੇ 20 ਸਾਲਾਂ ਤੱਕ ਚੱਲਦਾ ਰਿਹਾ, ਹੋ ਸਕਦਾ ਉਹ ਇੰਨਾ ਸਮਾਂ ਸਰਵਾਈਵ ਨਾ ਕਰਦਾ। ਠੀਕ ਹੈ ਜੀ। ਤੇ ਫਿਰ ਸਾਡੇ ਕੋਲੇ 1809 ਤੋਂ 1812 ਵਾਲਾ ਜਿਹੜਾ ਸਮਾਂ, ਇਹ ਇੱਕ ਕੋਲਡ ਵਾਰ ਲਾਈਕ ਸਿਚੁਏਸ਼ਨ ਸੀ, ਕਿਉਂਕਿ 1809 ਦੀ ਟ੍ਰੀਟੀ ਤਾਂ ਹੋ ਗਈ ਕਿ ਅਸੀਂ ਇੱਕ ਦੂਜੇ ਦੇ ਵਿੱਚ ਇੰਟਰਫੇਅਰ ਨਹੀਂ ਕਰਾਂਗੇ। ਬਟ ਫਿਰ ਵੀ ਦੋਨੋਂ ਜਿਹੜੀਆਂ ਸਾਈਡਸ ਨੇ ਉਹ ਆਪਣੇ ਆਪ ਨੂੰ ਤਿਆਰ ਕਰਦੀਆਂ ਰਹੀਆਂ ਕਿ ਜੇ ਕੋਈ ਵੀ ਟ੍ਰੀਟੀ ਨੂੰ ਵਾਇਲੇਟ ਕਰਦਾ ਤਾਂ ਲੜਾਈ ਹੋ ਸਕਦੀ ਹੈ, ਯੁੱਧ ਹੋ ਸਕਦਾ, ਤਾਂ ਉਸ ਕੇਸ ਦੇ ਵਿੱਚ ਆਪਣੇ ਆਪ ਨੂੰ ਤਿਆਰ ਕਰਨਾ ਵੀ ਜ਼ਰੂਰੀ ਆ। ਤਾਂ ਇੱਕ ਕੋਲਡ ਵਾਰ ਸਿਚੁਏਸ਼ਨ, ਮਤਲਬ ਕਿ ਮਤਭੇਦਾਂ ਦੀ ਲੜਾਈ ਆਪਾਂ ਕਹਿ ਸਕਦੇ ਹਾਂ, ਮਤਲਬ ਕਿ ਗਰਾਊਂਡ ਦੇ ਉੱਪਰ ਕੋਈ ਵਾਰ ਨਹੀਂ ਸੀ, ਬਟ ਵੈਸੇ ਵਾਰ ਲਾਈਕ ਸਿਚੁਏਸ਼ਨਸ ਐਗਜ਼ਿਸਟ ਕਰ ਰਹੀਆਂ ਸੀ। ਠੀਕ ਹੈ ਜੀ। ਬ੍ਰਿਟਿਸ਼ਰਸ ਐਸਟੈਬਲਿਸ਼ਡ ਅ ਮਿਲਟਰੀ ਕੈਂਟੋਨਮੈਂਟ ਐਟ ਲੁਧਿਆਣਾ 'ਚ ਉਹਨਾਂ ਨੇ ਇੱਕ ਮਿਲਟਰੀ ਕੈਂਟ ਐਸਟੈਬਲਿਸ਼ ਕੀਤਾ। ਉਸੇ ਤਰ੍ਹਾਂ ਮਹਾਰਾਜਾ ਸੈਟ ਅਪ ਅ ਫੋਰਟ ਐਟ ਫਿਲੌਰ, ਜਿਹੜਾ ਮਹਾਰਾਜਾ ਰਣਜੀਤ ਸਿੰਘ ਆਪਣੇ ਕੋਲੇ ਪੁਲਿਸ ਟ੍ਰੇਨਿੰਗ ਅਕੈਡਮੀ ਆ ਫਿਲੌਰ ਦੇ ਵਿੱਚ, ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਫਿਲੌਰ ਦੇ ਵਿੱਚ ਇੱਕ ਕਿਲ੍ਹਾ ਬਣਾਇਆ ਸੀ, ਸੋ ਦੈਟ ਜੇ ਬ੍ਰਿਟਿਸ਼ ਗਵਰਨਮੈਂਟ ਇੱਧਰੋਂ ਅਟੈਕ ਕਰਦੀ ਹੈ ਤਾਂ ਉਹਨਾਂ ਦੇ ਨਾਲ ਲੜਨ ਦੇ ਲਈ ਉਹ ਵੀ ਤਿਆਰ ਹੋਣ। ਠੀਕ ਹੈ ਜੀ। ਆ ਜਿਹੜੀ ਸਾਡੀ ਬ੍ਰਿਟਿਸ਼ ਐਸਟੈਬਲਿਸ਼ ਆ ਜਿਹੜੀ ਇੱਕ ਮਿਲਟਰੀ ਕੈਂਟ ਆ, ਛਾਉਣੀ ਆ ਜਿਹੜੀ ਬੱਦੋਵਾਲ ਪਿੰਡ ਆ ਲੁਧਿਆਣੇ ਦੇ ਨਾਲ, ਉੱਥੇ ਛਾਉਣੀ ਬਣਾਈ ਗਈ। ਤੇ ਉਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਫਿਲੌਰ ਵਿਖੇ ਇੱਕ ਫੋਰਟ ਬਣਾਇਆ। ਠੀਕ ਹੈ ਜੀ। ਇਹ 1809 ਤੋਂ 12 ਵਾਲਾ ਜਿਹੜਾ ਇੱਕ ਕੋਲਡ ਵਾਰ ਪੀਰੀਅਡ ਆ। ਫਿਰ ਆਪਾਂ ਗੱਲ ਕਰ ਲਈਏ 1812 ਤੋਂ 1821 ਵਾਲਾ ਜਿਹੜਾ ਸਮਾਂ, ਉਦੋਂ ਬਾਅਦ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ ਕਿ ਲੜਾਈ ਹੋ ਨਹੀਂ ਰਹੀ, ਬਟ ਆਪਾਂ ਲੜਾਈ ਕਰਨੀ ਵੀ ਹੈ ਨਹੀਂ। ਠੀਕ ਹੈ। ਤਾਂ ਮਹਾਰਾਜਾ ਰਣਜੀਤ ਸਿੰਘ ਉਹਦਾ ਫੋਰਟ ਉਹਨਾਂ ਨੇ ਆਪਣੇ ਆਪ ਨੂੰ ਤਿਆਰ ਕਰਨ ਦੇ ਲਈ ਇੱਕ ਐਸਟੈਬਲਿਸ਼ ਕੀਤਾ ਸੀ। ਸੋ ਮਹਾਰਾਜਾ ਰਣਜੀਤ ਸਿੰਘ ਨੇ ਉਦੋਂ ਬਾਅਦ ਵਾਲਾ ਜਿਹੜਾ ਪੀਰੀਅਡ ਆ ਉਹਦੇ 'ਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨਾਲ ਆਪਾਂ ਜਿਹੜੇ ਤਣਾਅਪੂਰਵਕ ਹਾਲਾਤ ਜਿਹੜੇ ਬਣੇ ਹੋਏ ਨੇ ਉਹਨਾਂ ਨੂੰ ਘਟਾਇਆ ਜਾ ਸਕੇ, ਤੇ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਸਾਡੇ ਫਰੈਂਡਲੀ ਰਿਲੇਸ਼ਨਸ ਆਪਾਂ ਦੁਬਾਰਾ ਤੋਂ ਰੀਸਟੋਰ ਕਰੀਏ। ਠੀਕ ਹੈ ਜੀ। ਸੋ ਪੀਰੀਅਡ ਆਫ ਨਾਨ ਇੰਟਰਫੇਰੈਂਸ 1812 ਤੋਂ 1821 ਵਾਲਾ ਜਿਹੜੇ ਅਗਲੇ 9 ਸਾਲ ਨੇ ਉਹ ਵੀ ਇੱਕ ਪੀਰੀਅਡ ਆਫ ਨਾਨ ਇੰਟਰਫੇਰੈਂਸ ਸੀ, ਦੋਨੋਂ ਇੱਕ ਦੂਸਰੇ 'ਚ ਇੰਟਰਫੇਅਰ ਨਹੀਂ ਕਰਨਗੇ। ਇਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ 1812, ਮਹਾਰਾਜਾ ਐਕਸਟੈਂਡਡ ਐਨ ਓਲਿਵ ਬ੍ਰਾਂਚ। ਜਦੋਂ ਆਪਾਂ ਡਿਪਲੋਮੇਸੀ ਦੀ ਗੱਲ ਕਰਦੇ ਹਾਂ ਨਾ, ਤਾਂ ਓਲਿਵ ਬ੍ਰਾਂਚ ਦਾ ਮਤਲਬ ਹੁੰਦਾ ਪੀਸ ਐਸਟੈਬਲਿਸ਼ ਕਰਨ ਦੇ ਲਈ ਕੋਈ ਪਹਿਲ ਕਦਮੀ ਕਰਨੀ। ਮਤਲਬ ਮੈਂ ਕਿਸੇ ਦੇ ਲਈ ਓਲਿਵ ਬ੍ਰਾਂਚ ਐਕਸਟੈਂਡ ਕਰ ਰਿਹਾ, ਦੈਟ ਮੀਨਸ ਮੈਂ ਚਾਹੁੰਦਾ ਕਿ ਮੇਰੇ ਉਹਦੇ ਨਾਲ ਜਿਹੜੇ ਰਿਲੇਸ਼ਨ ਨੇ ਉਹ ਸ਼ਾਂਤੀਪੂਰਵਕ ਰਹਿਣ, ਤਾਂ ਉਹਦੀ ਪਹਿਲ ਕਦਮੀ ਮੈਂ ਕਰ ਰਿਹਾ। ਠੀਕ ਹੈ। ਸੋ 1812 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਐਕਸਟੈਂਡਡ ਐਨ ਓਲਿਵ ਬ੍ਰਾਂਚ ਬਾਈ ਇਨਵਾਈਟਿੰਗ ਡੇਵਿਡ ਔਕਟਰਲੋਨੀ ਟੂ ਕਨਵਰ
ਖੜਕ ਸਿੰਘ's ਮੈਰਿਜ, ਇਹਨਾਂ ਦਾ ਬੇਟਾ ਸੀ ਖੜਕ ਸਿੰਘ, ਉਹਨਾਂ ਦੇ ਵਿਆਹ ਦੇ ਉੱਪਰ ਇਹਨਾਂ ਨੇ ਉਸ ਸਮੇਂ ਦੇ ਉਹਨਾਂ ਦਾ ਜਿਹੜਾ ਬ੍ਰਿਟਿਸ਼ ਆਫੀਸ਼ੀਅਲ ਸੀ ਉਸ ਇਲਾਕੇ ਦਾ ਡੇਵਿਡ ਆਕਟਰਲੋਨੀ, ਉਹਨਾਂ ਨੂੰ ਇਨਵਾਈਟ ਕੀਤਾ ਤੇ ਉਹਦੇ ਬਾਅਦ ਇਹਨਾਂ ਦੇ ਰਿਲੇਸ਼ਨ ਨੇ ਜਿਹੜੇ ਅਗਲੇ 8-9 ਸਾਲਾਂ ਤੱਕ ਵਧੀਆ ਕੋਰਡੀਅਲ ਰਿਲੇਸ਼ਨ ਬਣੇ ਰਹੇ। ਠੀਕ ਹੈ, ਫਿਰ ਸਾਡੇ ਕੋਲੇ 1822 ਦਾ ਸਮਾਂ ਆਉਂਦਾ ਜਦੋਂ ਮੋਗੇ ਦੇ ਵਿੱਚ ਇੱਕ ਪਿੰਡ ਆ ਜੀ ਬੱਧਨੀ ਪਿੰਡ, ਉੱਥੋਂ ਦਾ ਥੋੜਾ ਜਿਹਾ ਇਸ਼ੂ ਹੁੰਦਾ ਕਿਉਂਕਿ 1808 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਹ ਬੱਧਨੀ ਦਾ ਜਿਹੜਾ ਪਿੰਡ ਆ ਆਪਣੀ ਜਿਹੜੀ ਮਦਰ ਇਨ ਲਾਅ ਆ ਸਦਾ ਕੌਰ ਆ ਉਹਨਾਂ ਨੂੰ ਦਿੱਤਾ ਸੀ ਕਿ ਤੁਸੀਂ ਇੱਥੇ ਰੂਲ ਕਰੋ। ਬਟ 1822 ਦੇ ਵਿੱਚ ਕੀ ਹੁੰਦਾ ਸਦਾ ਕੌਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਥੋੜੇ ਬਹੁਤ ਕਨਫਲਿਕਟ ਹੁੰਦੇ ਨੇ ਤੇ ਉਹਨਾਂ ਦਾ ਜਿਹੜਾ ਬੱਧਨੀ ਪਿੰਡ ਨੂੰ ਦੇ ਕੰਟਰੋਲ ਨੂੰ ਲੈ ਕੇ ਉਹਨਾਂ ਦੇ ਵਿੱਚ ਛੋਟੀ ਜਿਹੀ ਝੜਪ ਹੁੰਦੀ ਹੈ। ਉਹਦੇ 'ਚ ਕੀ ਹੁੰਦਾ, ਜਿਹੜੀਆਂ ਬ੍ਰਿਟਿਸ਼ ਫੋਰਸਿਸ ਨੇ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਥਾਂ ਤੇ ਸਦਾ ਕੌਰ ਦਾ ਜਿਹੜਾ ਕਲੇਮ ਆ ਉਹਨੂੰ ਸਪੋਰਟ ਕਰਦੇ ਨੇ। ਉਹ ਕਹਿੰਦੇ ਨੇ ਕਿ ਬੱਧਨੀ ਦਾ ਇਲਾਕਾ ਸਦਾ ਕੌਰ ਦੇ ਪੱਖ 'ਚ ਹੀ ਰਹਿਣਾ ਚਾਹੀਦਾ, ਸਦਾ ਕੌਰ ਦੇ ਕੰਟਰੋਲ 'ਚ ਹੀ ਰਹਿਣਾ ਚਾਹੀਦਾ। ਠੀਕ ਹੈ, ਸੋ ਉਸ ਇਸ਼ੂ ਕਰਕੇ ਜਦੋਂ ਬ੍ਰਿਟਿਸ਼ ਗਵਰਨਮੈਂਟ ਨੇ ਸਦਾ ਕੌਰ ਦਾ ਸਾਥ ਦਿੱਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਉਹ ਡਿਸੀਜਨ ਵਧੀਆ ਨਹੀਂ ਲੱਗਿਆ ਤਾਂ ਉਹਨਾਂ ਦੇ ਰਿਲੇਸ਼ਨ ਦੀਵਾਰ ਤੋਂ ਥੋੜੇ ਜਿਹੇ ਰਿਲੇਸ਼ਨ ਦੇ ਵਿੱਚ ਜਿਵੇਂ ਕਹਿੰਦੇ ਖਟਾਸ ਪੈਣੀ ਸ਼ੁਰੂ ਹੋ ਜਾਂਦੀ ਹੈ। ਫਿਰ ਜਿਹੜਾ ਪੀਰੀਅਡ ਆਉਂਦਾ 1824 ਤੋਂ 1830 ਵਾਲਾ, ਇਹ ਫਿਰ ਆਪਣੇ ਕੋਲੇ ਉਹ ਸਮਾਂ ਗਾ ਜਦੋਂ ਇਹਨਾਂ ਦੇ ਵਿੱਚ ਕੋਰਡੀਅਲ ਰਿਲੇਸ਼ਨਸ ਦੁਬਾਰਾ ਰੀਐਸਟੈਬਲਿਸ਼ ਹੁੰਦੇ ਨੇ। ਠੀਕ ਹੈ, ਇਹ ਕਿਵੇਂ ਹੁੰਦੇ ਨੇ ਜੀ, ਇਹਦੇ 'ਚ ਜਿਹੜਾ ਪਹਿਲਾਂ ਉੱਥੇ ਬ੍ਰਿਟਿਸ਼ ਗਵਰਨਮੈਂਟ ਦਾ ਆਫੀਸਰ ਸੀ ਉਹਨੂੰ ਰਿਪਲੇਸ ਕਰਕੇ ਨਵਾਂ ਆਫੀਸਰ ਆਉਂਦਾ, ਕਰਨਲ ਵੇਡ ਆਉਂਦਾ, ਨਿਊ ਪੋਲੀਟੀਕਲ ਏਜੰਟ ਆਫ ਲੁਧਿਆਣਾ। ਉਹ ਕੀ ਕਰਦਾ, ਉਹ ਦੇਖਦਾ ਕਿ ਸਾਨੂੰ ਸਦਾ ਕੌਰ ਦੇ ਨਾਲੋਂ ਜ਼ਿਆਦਾ ਜ਼ਰੂਰਤ ਹੈ ਮਹਾਰਾਜਾ ਰਣਜੀਤ ਸਿੰਘ ਦੀ ਕਿਉਂਕਿ ਸਦਾ ਕੌਰ ਕੋਲ ਇੱਕ ਛੋਟੀ ਸਪੋਰਟ ਆ, ਮਹਾਰਾਜਾ ਰਣਜੀਤ ਸਿੰਘ ਕੋਲ ਜ਼ਿਆਦਾ ਇਲਾਕਾ ਜ਼ਿਆਦਾ ਸਪੋਰਟ ਆ। ਸੋ ਜੇ ਇਹਦੇ ਨਾਲ ਆਪਾਂ ਕਿਸੇ ਤਰ੍ਹਾਂ ਦਾ ਕਨਫਲਿਕਟ ਨਾ ਕਰੀਏ, ਜਿੰਨਾ ਨਾਰਮਲ ਹੋ ਸਕਦਾ ਨਾਰਮਲ ਰਿਲੇਸ਼ਨ ਰੱਖੀਏ ਤਾਂ ਸਾਡੇ ਲਈ ਵੀ ਵਧੀਆ ਹੈ ਨਾ। ਸੋ ਜਿਹੜਾ ਕਰਨਲ ਵੇਡ ਸੀ ਹੀ ਗੇਵ ਬੱਧਨੀ ਦੇ ਨਾਲ ਮਾਛੀਵਾੜਾ, ਮੱਖੋਵਾਲ ਤੇ ਆਨੰਦਪੁਰ ਵਾਲਾ ਜਿਹੜਾ ਇਲਾਕਾ ਗਾ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਦੇਤਾ ਉਹਨਾਂ ਨੇ। ਠੀਕ ਹੈ, ਫਿਰ 1824 'ਚ ਕੀ ਹੁੰਦਾ, ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਆਹ ਈਵੈਂਟ ਹੋਈ ਇਹਨਾਂ ਦੇ ਪੱਖ ਦੇ ਵਿੱਚ ਇਹਨਾਂ ਨੂੰ ਇਲਾਕੇ ਦੇ ਉਹਨਾਂ ਨੇ, ਸਤਲੁਜ ਰਿਵਰ ਤੋਂ ਥੱਲੇ ਵਾਲੇ ਇਲਾਕੇ ਵੀ ਕੁਝ ਦੇ ਮਹਾਰਾਜਾ ਰਣਜੀਤ ਸਿੰਘ ਨੂੰ। ਤਾਂ ਮਹਾਰਾਜਾ ਰਣਜੀਤ ਸਿੰਘ 1824 ਦੇ ਵਿੱਚ ਜਿਹੜੀ ਨੇਪਾਲ ਗਵਰਨਮੈਂਟ ਸੀ ਉਹਨਾਂ ਨੇ ਬ੍ਰਿਟਿਸ਼ ਫੋਰਸਿਸ ਦੇ ਖਿਲਾਫ ਮਹਾਰਾਜਾ ਰਣਜੀਤ ਸਿੰਘ ਤੋਂ ਸਪੋਰਟ ਮੰਗੀ ਬਟ ਮਹਾਰਾਜਾ ਨੇ ਸਪੋਰਟ ਰਿਫਿਊਜ਼ ਕਰਤੀ, ਜਿਹਦੇ ਨਾਲ ਇਹਨਾਂ ਦੇ ਜਿਹੜੇ ਆਪਸੀ ਸੰਬੰਧ ਨੇ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਹੋਰ ਜ਼ਿਆਦਾ ਵਧੀਆ ਹੋ ਗਏ। ਉਸੇ ਤਰ੍ਹਾਂ 1825 ਦੇ ਵਿੱਚ ਜਿਹੜੇ ਭਰਤਪੁਰ ਦਾ ਰਾਜਾ ਸੀ, ਭਰਤਪੁਰ ਰਾਜਸਥਾਨ, ਉੱਥੋਂ ਦਾ ਇੱਕ ਲੋਕਲ ਰਾਜਾ ਸੀ, ਉਹਨੇ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਮਹਾਰਾਜਾ ਰਣਜੀਤ ਸਿੰਘ ਤੋਂ ਸਪੋਰਟ ਮੰਗੀ। ਮਹਾਰਾਜਾ ਰਣਜੀਤ ਸਿੰਘ ਨੇ ਰਿਫਿਊਜ਼ ਕਰਤਾ ਕਿ ਨਹੀਂ ਮੈਂ ਨਹੀਂ ਸਪੋਰਟ ਦੇ ਸਕਦਾ। ਸੋ ਉਹਦੇ ਨਾਲ ਫਿਰ ਜਿਹੜੇ ਰਿਲੇਸ਼ਨ ਨੇ ਇਹਨਾਂ ਦੇ ਉਹ ਰਿਲੇਸ਼ਨ ਹੋਰ ਜ਼ਿਆਦਾ ਸਟਰੋਂਗ ਹੁੰਦੇ ਆ। ਫਿਰ 1826 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਥੋੜੇ ਬਿਮਾਰ ਹੁੰਦੇ ਨੇ, ਇਹਨਾਂ ਦੇ ਰਿਲੇਸ਼ਨ ਬ੍ਰਿਟਿਸ਼ ਗਵਰਨਮੈਂਟ ਨਾਲ ਵਧੀਆ ਸੀ ਤਾਂ ਉਸ ਟਾਈਮ ਤੇ ਬ੍ਰਿਟਿਸ਼ ਗਵਰਨਮੈਂਟ ਨੇ ਵੀ ਆਪਣੀ ਸਾਈਡ ਤੋਂ ਜਿਵੇਂ ਕਹਿ ਲਓ ਉਹਨਾਂ ਦਾ ਜਿਹੜਾ ਫੇਮਸ ਡਾਕਟਰ ਸੀ ਡਾਕਟਰ ਮੁਰੇ, ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਟ੍ਰੀਟ ਕਰਨ ਦੇ ਲਈ ਭੇਜਿਆ। ਸੋ ਮਤਲਬ ਦੋਨੋਂ ਸਾਈਡਸ ਤੋਂ ਹੀ ਰਿਲੇਸ਼ਨ ਵਧੀਆ ਸੀ, ਇਹ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਇਕੱਲੇ, ਦੋਨੋਂ ਸਾਈਡਸ ਤੋਂ ਰਿਲੇਸ਼ਨ ਵਧੀਆ ਸੀ। 1828 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉੱਥੋਂ ਦੇ ਇੰਗਲੈਂਡ ਦੇ ਕਿੰਗ ਦੇ ਲਈ ਕੁਝ ਗਿਫਟ ਭੇਜੇ ਇੱਧਰੋਂ, ਸੋ ਦੈਟ ਇਹਨਾਂ ਦੇ ਵਿੱਚ ਰਿਲੇਸ਼ਨ ਹੋਰ ਜ਼ਿਆਦਾ ਸਟਰੋਂਗ, ਹੋਰ ਜ਼ਿਆਦਾ ਪੀਸਫੁਲ ਬਣੇ ਰਹਿਣ। ਠੀਕ ਹੈ ਜੀ, ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨਾਂ ਨੇ ਡਿਪਲੋਮੈਟਿਕਲੀ ਵਧੀਆ ਇੰਗੇਜ ਕੀਤਾ ਤੇ ਜਿੰਨਾ ਹੋ ਸਕਿਆ ਡਾਇਰੈਕਟ ਕਨਫਲਿਕਟਸ ਨੂੰ ਅਵੋਇਡ ਕੀਤਾ। ਠੀਕ ਹੈ ਜੀ, ਫਿਰ ਆਪਣੇ ਕੋਲੇ ਜਿਹੜਾ ਮੇਜਰ ਇਸ਼ੂ ਆਉਂਦਾ ਫਿਰ ਆਪਣੇ ਕੋਲੇ ਉਹ ਆਉਂਦਾ ਜੀ ਇਸ਼ੂ ਆਫ ਸਿੰਧ। ਇਹ 1832 ਦੇ ਵਿੱਚ ਆਉਂਦਾ ਕਿਉਂਕਿ ਬ੍ਰਿਟਿਸ਼ ਗਵਰਨਮੈਂਟ ਦਾ ਜਿਹੜਾ ਮੇਨ ਏਮ ਸੀ ਉਹ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਇਲਾਕੇ ਨੂੰ ਆਪਣੇ ਕਬਜ਼ੇ ਦੇ ਵਿੱਚ ਕਰਨਾ। ਠੀਕ ਹੈ, ਸੋ ਡਾਇਰੈਕਟਲੀ ਪੰਜਾਬ ਨੂੰ ਅਨੈਕਸ ਨਹੀਂ ਸੀ ਕਰ ਰਹੇ ਬਟ ਪੰਜਾਬ ਦੇ ਆਸੇ-ਪਾਸੇ ਵਾਲਾ ਜਿਹੜਾ ਇਲਾਕਾ ਸੀ ਉਹਨੂੰ ਤਾਂ ਉਹ ਅਨੈਕਸ ਕਰ ਹੀ ਰਹੇ ਸੀ। 1832 ਦੇ ਵਿੱਚ ਉਹਨਾਂ ਨੇ ਸਿੰਧ ਦੀ ਸਰਕਾਰ ਦੇ ਨਾਲ ਕਿਉਂਕਿ ਸਿੰਧ ਦਾ ਜਿਹੜਾ ਇਲਾਕਾ ਉਹ ਮਹਾਰਾਜਾ ਰਣਜੀਤ ਸਿੰਘ ਨੇ ਟਰਾਈ ਜ਼ਰੂਰ ਕੀਤਾ ਆਪਣੇ ਨਾਲ ਮਿਲਾਉਣ ਦਾ ਬਟ ਉਹ ਮਿਲਿਆ ਨਹੀਂ, ਉੱਥੋਂ ਦੇ ਲੋਕਲ ਰੂਲਰਸ ਅਲੱਗ ਤੋਂ ਸੀਗੇ। ਤਾਂ ਬ੍ਰਿਟਿਸ਼ ਗਵਰਨਮੈਂਟ ਨੇ ਸਿੰਧ ਦੇ ਨਾਲ ਇੱਕ ਟ੍ਰੇਡ ਟ੍ਰੀਟੀ ਸਾਈਨ ਕਰ ਲਈ ਜਿਹਦੇ ਨਾਲ ਉਹਦੇ ਨਾਲ ਬ੍ਰਿਟਿਸ਼ ਗਵਰਨਮੈਂਟ ਜਾਂ ਈਸਟ ਇੰਡੀਆ ਕੰਪਨੀ ਜਿਹੜੀ ਉਸ ਸਮੇਂ ਭਾਰਤ 'ਚ ਰੂਲ ਕਰ ਰਹੀ ਸੀ ਉਹਦਾ ਤੇ ਸਿੰਧ ਦੇ ਵਿੱਚ ਟ੍ਰੇਡ ਰਿਲੇਸ਼ਨ ਡਿਵੈਲਪ ਹੋ ਗਏ, ਜਿਹਦੇ ਨਾਲ ਬ੍ਰਿਟਿਸ਼ ਹਕੂਮਤ ਆ ਜਿਹੜੀ ਉਹ ਸਿੰਧ ਦੇ ਵਿੱਚ ਇੰਟਰਫੇਅਰ ਕਰਨਾ ਸ਼ੁਰੂ ਕਰਤਾ ਤੇ ਉਹਨਾਂ ਨੇ 1838 ਦੇ ਵਿੱਚ ਸਿੰਧ ਨੂੰ ਆਪਣੇ 'ਚ ਰਲਾ ਲਿਆ। ਤੇ ਦੂਸਰਾ 1835 ਦੇ ਵਿੱਚ ਬ੍ਰਿਟਿਸ਼ਰਸ ਨੇ ਫਿਰੋਜ਼ਪੁਰ ਦਾ ਇਲਾਕਾ ਜਿਹੜਾ ਉਹ ਆਕੂਪਾਈ ਕਰ ਲਿਆ। ਫਿਰੋਜ਼ਪੁਰ ਕਿਉਂ ਆਕੂਪਾਈ ਕੀਤਾ? ਕਿਉਂਕਿ ਜਿਹੜਾ ਫਿਰੋਜ਼ਪੁਰ ਆ ਉਹ ਲਾਹੌਰ ਦੇ ਬਹੁਤ ਨੇੜੇ ਸੀ। ਸੋ ਬ੍ਰਿਟਿਸ਼ ਹਕੂਮਤ ਦੀਆਂ ਜਿਹੜੀਆਂ ਹੁਣ ਇੱਛਾਵਾਂ ਸੀ ਉਹ ਬਦਲ ਰਹੀਆਂ ਸੀ, ਵੱਧ ਰਹੀਆਂ ਸੀ। ਉਹਨਾਂ ਦੀ ਹੁਣ ਅੱਖ ਸੀ ਕਿ ਅਸੀਂ ਪੰਜਾਬ ਨੂੰ ਆਪਣੇ 'ਚ ਰਲਾ ਲਈਏ। ਠੀਕ ਹੈ, ਸੋ 1835 'ਚ ਉਹਨਾਂ ਨੇ ਫਿਰੋਜ਼ਪੁਰ ਨੂੰ ਆਪਣੇ ਆਕੂਪਾਈ ਕਰ ਲਿਆ ਕਿ ਜੇ ਅਸੀਂ ਫਿਰੋਜ਼ਪੁਰ ਸਾਡੀ ਜਿਵੇਂ ਕਹ ਲਓ ਅਸੀਂ ਫੋਰਸ ਤੈਨਾਤ ਕਰ ਲਈ ਜਾਂ ਸਾਡੀ ਪ੍ਰੈਜ਼ੈਂਸ ਫਿਰੋਜ਼ਪੁਰ ਦੇ ਵਿੱਚ ਵੱਧ ਗਈ ਤਾਂ ਅਸੀਂ ਲਾਹੌਰ ਦੀਆਂ ਐਕਟੀਵਿਟੀਜ਼ ਦੇ ਉੱਪਰ ਅੱਖ ਰੱਖ ਸਕਾਂਗੇ, ਸਾਨੂੰ ਪਤਾ ਲੱਗ ਸਕੂ। ਕਿਉਂਕਿ ਡਰ ਦੋਨਾਂ ਦੇ ਵਿੱਚ ਸੀ। ਜੇ ਮਹਾਰਾਜਾ ਰਣਜੀਤ ਸਿੰਘ ਨੂੰ ਡਰ ਸੀ ਕਿ ਬ੍ਰਿਟਿਸ਼ ਗਵਰਨਮੈਂਟ ਸਾਡੇ ਤੇ ਅਟੈਕ ਕਰ ਸਕਦੀ ਆ ਤਾਂ ਬ੍ਰਿਟਿਸ਼ ਗਵਰਨਮੈਂਟ ਨੂੰ ਵੀ ਡਰ ਸੀ ਕਿ ਮਹਾਰਾਜਾ ਰਣਜੀਤ ਸਿੰਘ ਜਿਹਦੀ ਆਰਮੀ ਸਟਰੋਂਗ ਆ, ਜਿਹਦੀ ਐਡਮਿਨਿਸਟ੍ਰੇਸ਼ਨ ਬਹੁਤ ਵਧੀਆ, ਤਾਂ ਹੋ ਸਕਦਾ ਉਹ ਵੀ ਸਾਡੇ ਤੇ ਅਟੈਕ ਕਰਦੇ। ਠੀਕ ਹੈ, ਤਾਂ ਉਹਨਾਂ ਨੇ ਵੀ ਉਸ ਚੀਜ਼ ਤੋਂ ਬਚਣ ਦੇ ਲਈ ਫਿਰੋਜ਼ਪੁਰ ਦੇ ਵਿੱਚ
1838 ਦੇ ਵਿੱਚ ਇੱਕ ਮਿਲਟਰੀ ਕੈਂਟੂਨਮੈਂਟ, ਇੱਕ ਮਿਲਟਰੀ ਕੈਂਟ ਸੈਟਅਪ ਕਰ ਲਿਆ, ਠੀਕ ਹੈ, ਤੇ ਆਪਣੀ ਪ੍ਰੈਜ਼ੈਂਸ ਉਹਨਾਂ ਨੇ ਵਧਾ ਲਈ ਪੰਜਾਬ ਦੇ ਵਿੱਚ, ਜਿਹਦੇ ਨਾਲ ਕੀ ਹੋਇਆ, ਜਿਹੜਾ ਇਸ਼ੂ ਆਫ ਸਿੰਧ ਤੇ ਫਿਰੋਜ਼ਪੁਰ, ਇਹ ਦੋ ਚੀਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਡਿਸਅਪੁਆਇੰਟ ਕੀਤਾ। ਉਹਨਾਂ ਨੂੰ ਲੱਗਿਆ ਕਿ ਹੁਣ ਜਿਹੜੀ ਹਕੂਮਤ ਆ, ਬਰਤਾਨਵੀ ਹਕੂਮਤ ਆ, ਇਹ ਪੰਜਾਬ ਦੇ ਵਿੱਚ ਇੰਟਰਫੇਅਰ ਕਰਨ ਲੱਗ ਚੁੱਕੀ ਆ। ਇਹਨਾਂ ਦੇ ਦੋਨੋਂ ਫੈਸਲੇ ਮਹਾਰਾਜਾ ਰਣਜੀਤ ਸਿੰਘ ਨੂੰ ਡਾਈਜੈਸਟ ਨਹੀਂ ਹੋਏ, ਤਾਂ ਉਹਨਾਂ ਦੇ ਜਿਹੜੇ ਰਿਲੇਸ਼ਨ ਨੇ ਇਹਨਾਂ ਦੇ ਨਾਲ ਖਰਾਬ ਹੋਣੇ ਫੇਰ ਸ਼ੁਰੂ ਹੋ ਗਏ। ਬਟ ਉਹਦੇ ਬਾਅਦ ਕੀ ਹੁੰਦਾ ਜੀ, 1838 ਦੇ ਵਿੱਚ ਟ੍ਰਾਈਪਾਰਟਾਈਟ ਟ੍ਰੀਟੀ ਹੁੰਦੀ ਆ। ਇਹਦੇ 'ਚ ਕੀ ਹੁੰਦਾ, ਕਿਉਂਕਿ ਇਸ ਸਮੇਂ ਪਹਿਲਾਂ ਤਾਂ ਨੈਪੋਲੀਅਨ ਭਾਰਤ ਦੇ ਉੱਪਰ ਅਟੈਕ ਕਰਨ ਦੀ ਗੱਲ ਕਰ ਰਿਹਾ ਸੀ, ਹੁਣ ਰਸ਼ੀਆ ਦਾ ਜਿਹੜਾ ਥ੍ਰੈਟ ਆ ਭਾਰਤ ਦੇ ਉੱਪਰ ਅਟੈਕ ਕਰਨ ਦਾ, ਉਹ ਵੱਧ ਗਿਆ ਸੀ। ਤਾਂ ਉਹਨਾਂ ਨੇ ਅਟੈਕ ਉਹੀ ਰਸਤਾ ਅਫਗਾਨ, ਪੰਜਾਬ ਤੇ ਫਿਰ ਪੂਰਾ ਇੰਡੀਆ। ਤਾਂ ਉਸ ਸਮੇਂ ਜਿਹੜਾ ਅਫਗਾਨ ਦਾ ਕਿੰਗ ਸੀ, ਉਹਦੇ ਨਾਲ ਬ੍ਰਿਟਿਸ਼ ਗਵਰਨਮੈਂਟ ਨੇ ਆਪਣੇ ਸੰਬੰਧ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇ ਰਸ਼ੀਆ ਅਟੈਕ ਕਰਦਾ ਤਾਂ ਅਫਗਾਨ ਦੇ ਜਿਹੜੇ ਕਿੰਗ ਨੇ, ਅਫਗਾਨ ਦੇ ਲੋਕ ਨੇ, ਉਹ ਬ੍ਰਿਟਿਸ਼ ਗਵਰਨਮੈਂਟ ਦਾ ਸਾਥ ਦੇਣ। ਤਾਂ ਉਹਦੇ ਲਈ ਉਹਨਾਂ ਨੇ ਇੱਕ ਨਵਾਂ ਗਵਰਨਰ ਉੱਥੇ ਅਪੁਆਇੰਟ ਕਰਨ ਦੀ ਗੱਲ ਕੀਤੀ, ਬਟ ਉਹ ਜਿਹੜਾ ਗਵਰਨਰ ਸੀ ਉਹਨੇ ਬ੍ਰਿਟਿਸ਼ ਹਕੂਮਤ ਦੀਆਂ ਗੱਲਾਂ ਨਹੀਂ ਮੰਨੀਆਂ, ਜਾਂ ਜਿਹੜੀਆਂ ਸ਼ਰਤਾਂ ਸੀ ਉਹਨਾਂ ਦੇ ਉੱਪਰ ਐਗਰੀ ਨਹੀਂ ਹੋਏ। ਤਾਂ ਉਹਨਾਂ ਨੇ ਇੱਕ ਹੋਰ ਬੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਸ਼ਾਹ ਸੂਜਾ, ਉਹਨੂੰ ਰੇਜ਼ ਕੀਤਾ ਕਿ ਤੈਨੂੰ ਅਸੀਂ ਕਾਬੁਲ ਦਾ ਕਿੰਗ ਲਾਉਣੇ ਆ ਤੇ ਤੂੰ ਸਾਡਾ ਸਾਥ ਦੇਈਂ ਜੇ ਰਸ਼ੀਆ ਸਾਡੇ ਤੇ ਅਟੈਕ ਕਰਦੀ ਹੈ, ਠੀਕ ਹੈ। ਤਾਂ ਉਹਦੇ ਲਈ ਉਹਨਾਂ ਨੇ ਟ੍ਰਾਈਪਾਰਟਾਈਟ ਟ੍ਰੀਟੀ ਕੀਤੀ, ਤੇ ਇਸ ਟ੍ਰੀਟੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਨਵੋਲਵ ਕਰ ਲਿਆ, ਸੋ ਦੈਟ ਮਹਾਰਾਜਾ ਰਣਜੀਤ ਸਿੰਘ ਵੀ ਬ੍ਰਿਟਿਸ਼ ਹਕੂਮਤ ਦੇ ਪੱਖ ਦੇ ਵਿੱਚ ਆ ਜਾਣ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਪੜ੍ਹਿਆ ਕਿ ਉਹਨਾਂ ਦੇ ਰਿਲੇਸ਼ਨ ਨੇ ਜਿਹੜੇ ਥੋੜ੍ਹੇ ਜਿਹੇ ਖਰਾਬ ਹੋ ਗਏ ਸੀ, ਠੀਕ ਹੈ ਜੀ। ਸੋ ਟ੍ਰਾਈਪਾਰਟਾਈਟ ਟ੍ਰੀਟੀ ਹੈ ਜਿਹੜੀ 1838, ਮਹਾਰਾਜਾ ਰਣਜੀਤ ਸਿੰਘ, ਬ੍ਰਿਟਿਸ਼ਰਸ ਐਂਡ ਸ਼ਾਹ ਸੂਜਾ ਆਫ ਅਫਗਾਨ, ਥੀਸ ਥ੍ਰੀ, ਇਹ ਤਿੰਨੋਂ ਇਨਵੋਲਵਡ ਸੀ ਇਸ ਟ੍ਰੀਟੀ ਦੇ ਵਿੱਚ। ਇਹਦੀਆਂ ਜਿਹੜੀਆਂ ਸ਼ਰਤਾਂ ਸੀ ਉਹ ਇਹ ਸੀ ਕਿ ਜਿਹੜਾ ਕਾਬੁਲ ਆ, ਜਿਹੜਾ ਅਫਗਾਨ ਵਾਲਾ ਇਲਾਕਾ, ਉਹਦੇ 'ਚ ਸ਼ਾਹ ਸੂਜਾ ਗਵਰਨਰ ਬਣਾਤਾ ਉਹਨਾਂ ਨੇ, ਤੇ ਮਹਾਰਾਜਾ ਰਣਜੀਤ ਸਿੰਘ ਅਫਗਾਨ ਵਾਲੇ ਪਾਸੇ ਨੂੰ ਐਕਸਟੈਂਡ ਨਹੀਂ ਕਰੂਗਾ, ਠੀਕ ਹੈ ਜੀ। ਇਸ ਟ੍ਰੀਟੀ ਦੇ ਨਾਲ ਕੀ ਹੋਇਆ, ਇਟ ਐਂਡਡ ਮਹਾਰਾਜਾ ਰਣਜੀਤ ਸਿੰਘ ਵੈਸਟਵਰਡ ਐਕਸਟੈਂਸ਼ਨ, ਜਿਹੜਾ ਪੱਛਮ ਵਾਲਾ ਜਿਹੜਾ ਉਹਦਾ ਜਿਵੇਂ ਕਹਿ ਲਓ ਆਪਣੇ ਅੰਪਾਇਰ ਨੂੰ ਵਧਾਉਣ ਦਾ ਜਿਹੜਾ ਇਰਾਦਾ ਸੀ, ਉਹਨੂੰ ਵੀ ਇੱਥੇ ਰੋਕਤਾ। ਇਸ ਤੋਂ ਪਹਿਲਾਂ ਟ੍ਰੀਟੀ ਆਫ ਅੰਮ੍ਰਿਤਸਰ 1809, ਉਹਦੇ 'ਚ ਸਾਡੇ ਕੋਲੇ ਸਾਊਥਵਰਡ ਐਕਸਟੈਂਸ਼ਨ ਰੋਕਤੀ, ਤੇ ਉਹਦੇ ਬਾਅਦ ਜਿਹੜਾ ਇਲਾਕਾ ਬਚਦਾ ਸੀ ਐਕਸਟੈਂਡ ਕਰਨ ਦਾ ਸਿੱਖ ਅੰਪਾਇਰ ਦਾ, ਉਹ ਬਚਦਾ ਸੀ ਵੈਸਟ ਵਾਲਾ, ਨਾਰਥ ਵੈਸਟ ਵਾਲਾ, ਉਹ ਸਾਡੇ ਕੋਲੇ ਟ੍ਰਾਈਪਾਰਟਾਈਟ ਟ੍ਰੀਟੀ ਆਫ 1838, ਉਹਨੇ ਉਸ ਐਕਸਟੈਂਸ਼ਨ ਨੂੰ ਰੋਕਤਾ। ਸੋ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਪੰਜਾਬ ਅੰਪਾਇਰ ਸੀ, ਉਹ ਹੁਣ ਇਹਨਾਂ ਦੋਨਾਂ ਦੇ ਵਿੱਚ ਹੀ ਸੀਮਤ ਰਹਿ ਗਿਆ, ਇਹ ਤੋਂ ਬਿਯੋਂਡ ਐਕਸਟੈਂਡ ਨਹੀਂ ਕਰ ਸਕਦਾ ਸੀ, ਠੀਕ ਹੈ। ਸੋ ਇਹ ਚੀਜ਼ਾਂ ਮਹਾਰਾਜਾ ਰਣਜੀਤ ਸਿੰਘ ਨੂੰ ਐਕਸੈਪਟੇਬਲ ਤਾਂ ਨਹੀਂ ਸੀ, ਬਟ ਉਹਨਾਂ ਨੂੰ ਕਰਨੀਆਂ ਪਈਆਂ, ਕਿਉਂਕਿ ਬ੍ਰਿਟਿਸ਼ ਗਵਰਨਮੈਂਟ ਦਾ ਜਿਹੜਾ ਡੋਮੀਨੈਂਸ ਉਹ ਵੱਧ ਰਿਹਾ ਸੀ, ਤੇ ਰਣਜੀਤ ਸਿੰਘ ਨਹੀਂ ਸੀ ਚਾਹੁੰਦੇ ਕਿ ਪੰਜਾਬ ਦਾ ਜਿਹੜਾ ਏਰੀਆ ਗਾ, ਜਿਹੜਾ ਸਿੱਖ ਅੰਪਾਇਰ ਦਾ ਏਰੀਆ ਗਾ, ਉਹ ਬ੍ਰਿਟਿਸ਼ ਹਕੂਮਤ ਦੇ ਹੱਥਾਂ ਵਿੱਚ ਜਾਵੇ। ਬਟ ਅਨਫੋਰਚੂਨੇਟਲੀ ਜਿਵੇਂ ਆਪਾਂ ਕਹਿ ਲਈਏ ਡੈਸਟੀਨੀ ਨੂੰ ਕੁਝ ਹੋਰ ਜਿਵੇਂ ਕਹਿ ਲਓ ਮਨਜ਼ੂਰ ਸੀ, ਤਾਂ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਜਾਂਦੀ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ ਤਾਂ ਜਿਹੜੇ ਸਿੱਖ ਅੰਪਾਇਰ ਦਾ ਇੱਕ ਮੋਸਟ ਕੈਪੇਬਲ ਲੀਡਰ ਸੀ, ਐਡਮਿਨਿਸਟ੍ਰੇਟਰ ਸੀ, ਉਹਨਾਂ ਦੀ ਡੈਥ ਹੋਣ ਦੇ ਨਾਲ ਜਿਹੜੇ ਉਹਨਾਂ ਦੇ ਫੋਲੋਅਰ ਸੀ, ਜਿਹੜੇ ਉਹਨਾਂ ਦੇ ਸਕਸੈਸਰ ਸੀ, ਉਹ ਜ਼ਿਆਦਾ ਕੈਪੇਬਲ ਨਹੀਂ ਸੀ। ਉਹਨਾਂ ਦੇ ਵਿੱਚ ਇੰਟਰਨਲ ਕਨਫਲਿਕਟਸ ਅਸੀਂ ਪੜ੍ਹੇ ਨੇ, ਦੇਖੇ ਨੇ, ਜਾਂ ਆਪਣੀਆਂ ਆਉਣ ਵਾਲੀਆਂ ਕਲਾਸਿਸ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਵੇਂ 10 ਸਾਲਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਣ ਦੇ 10 ਸਾਲ ਦੇ ਵਿੱਚ ਪੰਜਾਬ ਦਾ ਜਿਹੜਾ ਐਡਾ ਵੱਡਾ ਸਿੱਖ ਅੰਪਾਇਰ ਆ, ਜਿਹਨੂੰ ਲਗਭਗ 40 ਸਾਲਾਂ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਦੀ ਜਿਹੜੀ ਮੋਸਟ ਡੋਮੀਨੇਟਿੰਗ ਪਾਵਰ ਸੀ, ਈਸਟ ਇੰਡੀਆ ਕੰਪਨੀ ਜਾਂ ਬ੍ਰਿਟਿਸ਼ ਗਵਰਨਮੈਂਟ, ਉਹਨਾਂ ਤੋਂ ਕਿਵੇਂ ਇੰਟੈਕਟ ਰੱਖਿਆ। ਬਟ ਉਹਨਾਂ ਦੀ ਡੈਥ ਦੇ 10 ਸਾਲਾਂ ਦੇ ਵਿੱਚ ਪੰਜਾਬ ਦਾ ਜਿਹੜਾ ਸਿੱਖ ਅੰਪਾਇਰ ਆ ਉਹ ਕਿਵੇਂ ਖਤਮ ਹੋ ਕੇ ਬ੍ਰਿਟਿਸ਼ ਹਕੂਮਤ ਦਾ ਹਿੱਸਾ ਬਣ ਗਿਆ, ਠੀਕ ਹੈ ਜੀ। ਸੋ ਇਹ ਅਸੀਂ ਦੇਖਿਆ। ਸੋ ਇੱਥੇ ਦੇਖ ਸਕਦੇ ਹਾਂ ਕਿ ਜਿਵੇਂ ਆਪਾਂ ਲਾਸਟ ਕਲਾਸ ਦੇ ਵਿੱਚ ਪੜ੍ਹਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਐਡਮਿਨਿਸਟ੍ਰੇਟਿਵ ਪਾਲਿਸੀ ਸੀ ਉਹਨਾਂ ਨੇ ਪੰਜਾਬ ਦੇ ਸਿੱਖ ਅੰਪਾਇਰ ਨੂੰ, ਲੋਕਾਂ ਨੂੰ ਬਹੁਤ ਖੁਸ਼ ਰੱਖਿਆ, ਜਿਹਦੇ ਨਾਲ ਸਾਡਾ ਜਿਹੜਾ ਅੰਪਾਇਰ ਆ ਉਹ ਇੰਟੈਕਟ ਰਿਹਾ, ਉਹਦੇ 'ਚ ਕੋਈ ਬ੍ਰੇਕਡਾਊਨ ਨਹੀਂ ਹੋਇਆ। ਸੋ ਉੱਥੇ ਹੀ ਅੱਜ ਅਸੀਂ ਦੇਖਿਆ ਕਿ ਐਡਮਿਨਿਸਟ੍ਰੇਟਿਵ ਪਾਲਿਸੀਜ਼ ਦੇ ਨਾਲ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀਆਂ ਡਿਪਲੋਮੈਟਿਕ ਇਨੀਸ਼ੀਏਟਿਵ ਸੀ, ਉਹਨਾਂ ਦਾ ਜਿਹੜਾ ਡਿਪਲੋਮੈਟਿਕ ਐਕਸਪਰਟੀਜ਼ ਸੀ ਉਹਨਾਂ ਕੋਲੇ, ਵੀ ਕੂਟਨੀਤੀ ਦੀ ਆਪਾਂ ਗੱਲ ਕਰਦੇ ਹਾਂ ਵੀ ਕਿਵੇਂ ਜਿਹੜੀਆਂ ਦੂਸਰੀਆਂ ਪਾਵਰਸ ਨੇ ਉਹਨਾਂ ਦੇ ਨਾਲ ਅਸੀਂ ਕਿਵੇਂ ਇੰਗੇਜ ਕਰਨਾ ਆਪਣੇ ਬੈਨੀਫਿਟ ਦੇ ਲਈ, ਉਹ ਸਾਰਾ ਆਪਾਂ ਇੱਥੇ ਦੇਖਿਆ। ਕਿਵੇਂ ਵੱਖ-ਵੱਖ ਸਮਿਆਂ ਦੇ ਵਿੱਚ ਜਿਹੋ ਜਿਹੇ ਹਾਲਾਤ ਸੀ, ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਸਿੱਖ ਅੰਪਾਇਰ ਨੂੰ ਇੰਟੈਕਟ ਰੱਖਣ ਦੇ ਲਈ ਆਪਣੇ ਕਿਵੇਂ ਉਹਨਾਂ ਨੇ ਡਿਸੀਜ਼ਨ ਲਏ ਨੇ, ਤੇ ਕਿਵੇਂ ਬ੍ਰਿਟਿਸ਼ ਗਵਰਨਮੈਂਟ ਨੂੰ ਸਿੱਖ ਅੰਪਾਇਰ ਦੇ ਵਿੱਚ ਇੰਟਰਫੇਅਰ ਕਰਨ ਤੋਂ ਰੋਕ ਕੇ ਰੱਖਿਆ, ਠੀਕ ਹੈ ਜੀ। ਸੋ ਇਹ ਸਾਰਾ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਕੀ ਰਿਲੇਸ਼ਨ ਸੀ ਉਹਨਾਂ ਬਾਰੇ ਪੜ੍ਹਿਆ ਆਪਾਂ। ਤੇ ਇਹ ਜਿਹੜੀਆਂ PDF ਫਾਈਲਸ ਨੇ, ਜੋ ਵੀ ਆਪਾਂ ਇੱਥੇ ਕਲਾਸਿਸ ਦੇ ਵਿੱਚ ਕਰ ਰਹੇ ਹਾਂ ਸਾਡਾ ਮੇਨਸ ਪੁਆਇੰਟ ਆਫ ਵਿਊ ਤੋਂ, ਉਹ ਤੁਹਾਨੂੰ ਇਸ ਟੈਲੀਗ੍ਰਾਮ ਚੈਨਲ ਤੇ ਪੰਜਾਬ PCS ਮਲੂਕਾ IAS ਤੇ ਜਾ ਕੇ ਤੁਹਾਨੂੰ ਮਿਲ ਜਾਣਗੀਆਂ। ਇਸ ਤੋਂ ਪਹਿਲਾਂ ਜਿਹੜੀਆਂ ਕਲਾਸਿਸ ਹੋਈਆਂ ਨੇ ਉਹ ਕਲਾਸਿਸ ਦੀਆਂ ਫਾਈਲਸ ਵੀ ਉੱਥੇ ਤੁਹਾਨੂੰ ਅਵੇਲੇਬਲ ਨੇ, ਪਲੱਸ ਸਾਡੀ ਅੱਜ ਵਾਲੀ ਕਲਾਸ ਆ ਜਿਹੜੀ ਇਹ ਵੀ ਫਾਈਲ ਉੱਥੇ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਊ। ਸੋ ਥੈਂਕ ਯੂ ਵੈਰੀ ਮਚ। ਇਹ ਸਾਡਾ ਅੱਜ ਦਾ ਟੌਪਿਕ ਸੀ
ਤੇ ਹੁਣ ਨੈਕਸਟ ਆਪਾਂ ਫਰਾਈਡੇ ਨੂੰ ਮਿਲਾਂਗੇ, ਜਿਹੜਾ ਸਾਡਾ ਅਗਲਾ ਟੌਪਿਕ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਥੈਂਕ ਯੂ ਜੀ।